ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਭਰਪੂਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗ੍ਰਾਮ ਨਾਮ ਰਮਦਾਸ ਕੇ ਬ੍ਰਿਜ ਕੇ ਸਦਨ ਸਦਾਏ ਤਹ ਕੋ ਪਹੁੰਚੇ ਜਾਏ ਕਰ ਗੁਰ ਗੁਣ ਭਨ ਸਮੁਦਾਏ। परम सन्मान आवर साहिब कमाल बारगाह इनायत के मालक कलयुगी जीवों के उद्धार करता साहिब सहाबा जोत रूप हर आप महिमा दे मालक तन 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 गुरु पिता चंगा भला चलदा रहा मतलब पहले ठीक कर रहा था कहा श्री गुरुदेव गुरु ग्रंथ साहिब जी दे महान बरकतमयी इनायतमयी श्री चरण कमलां च विराजमान गुरु प्यारी साध संगत गुरुदेव जी दी महान इनायत दा सदका साडे सारियां दे सिर ते मेहरमतमई रखे हथ दा सदका जीवन दा अज दा दिन भी प्राप्त होया और इस नवे दिन दी जो नवे जन्म समान है शाम ठीक है। अजीजुल नवाज गनीमुल खराज पातशाह कादरे हर कार बेकसारा यार साहिब गुरुदेव गुरु गोबिंद सिंह महाराज जी दे मुबारक चरण कमलों की खाक दे नाम करना नसीब होया। सतगुरु जी की मेहर सदका सोदर चौंकी दे कीर्तन रहरास आरती अरदास फिर महाराज जी दे पावन हुक्मनामे आपने झोली च पवाए हैं। कुछ समा होर सतगुरु पातशाह गुरु हरगोबिंद साहिब महाराज जी दे महान प्यार भेजे हुए इतिहासक प्रसंग अमृत जीवन कथड़ियां राही मन गुरु चरना नाल जुड़ सके एकाग्रता अदब ते आनंद दी दात झोली च पै सके। इसलिए जितने माता भराता हाजरीन हाजरी पर रहे हो पेशतर दोहां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु गोबिंद सिंह महाराज जी दे दादा गुरु गुरु हरगोबिंद जी दे चरण कमलां ते टिकिया है ते साहिब जियां ने मेहर भरिया हथ साडे सिर ते रखिया होया। सतगुरु जी दे शब्द रूपी कदमां नूं गलवकड़ी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा वाहिगुरू जी की फतेह। कल तक सरवण करदियां इतना आपने प्रेम सहित सरवण किया ते श्री गुरु हरगोबिंद साहिब जी दे चरण कमलां ते शीश रखदियां
ਬਾਬਾ ਬੁੱਢਾ ਜੀਆਂ ਨੇ ਅਸ਼ਰੂ ਸਹਿਤ ਪ੍ਰਾਰਥਨਾ ਕੀਤੀ। ਆਖਿਆ, ਮਹਾਰਾਜ ਜਦ ਵੀ ਮੇਰਾ ਸੰਦੇਸ਼ਾ ਪਹੁੰਚੇ ਤੇ ਆਪ ਬਚਨ ਦਿਓ, ਜੋ ਵੀ ਕਰਦੇ ਹੋਗੇ ਛੱਡ ਕੇ ਆ ਜਾਓਗੇ, ਇੰਤਜ਼ਾਰ ਨਹੀਂ ਕਰਾਓਗੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਝੁਕ ਕੇ ਆਖਿਆ, ਬਾਬਾ ਜੀ ਮੈਨੂੰ ਆਪਣਾ ਸੇਵਕ ਜਾਣੋ, ਮੈਂ ਤੁਹਾਡੇ ਕਰਕੇ ਹੀ ਜੋ ਕੁਝ ਤਨ ਮੇਰੇ ਕੋਲ ਹੈ, ਤਨ ਧਨ ਜੇ ਤੱਕ ਹੈ, ਤਨ ਮਨ ਧਨ ਜੇ ਤੱਕ ਹੈ ਮੇਰੇ, ਕਿਰਪਾ ਆਪ ਕੀਤੇ ਨਿਤ ਹੇਰੇ। ਮਹਾਰਾਜ ਤੁਹਾਡੀ ਮਿਹਰ ਨਾਲ ਬਾਬਾ ਜੀ ਮੈਨੂੰ ਮਿਲਿਆ। ਭਾਵਨਾ ਵਾਲੇ ਗੁਰਸਿੱਖਾਂ ਨੂੰ ਜਦ ਇਹ ਬੋਲ ਪੜ੍ਹਨ ਨੂੰ ਸੁਣਨ ਨੂੰ ਮਿਲਦੇ ਨੇ, ਉਹਨਾਂ ਦਾ ਕੰਠ ਅਵਰੁੱਧ ਹੋ ਜਾਂਦਾ ਹੈ, ਨੇਤਰਾਂ ਵਿੱਚ ਜਲ ਆ ਜਾਂਦਾ ਹੈ ਕਿ ਹੈ ਇਤਨਾ ਵੀ ਕੋਈ ਦਿਆਲੂ ਗੁਰੂ ਹੋ ਸਕਦਾ ਜਿਹੜਾ ਆਪਣੇ ਸਿੱਖ ਨੂੰ ਆਖੇ ਬਈ ਮੇਰੇ ਕੋਲ ਜੋ ਕੁਝ ਹੈ ਤੁਹਾਡੇ ਕੋਲ, ਤੁਹਾਡੇ ਕਰਕੇ ਹੈ। ਮਹਾਰਾਜ ਜੀ ਦੀ ਆਪਣੀ ਕੋਈ ਇੱਛਾ ਰਾਜ ਕਰਨ ਦੀ ਜਾਂ ਬਾਦਸ਼ਾਹਤ ਦੀ ਨਹੀਂ, ਪਰ ਇਹ ਇੱਛਾ ਜ਼ਰੂਰ ਹੈ ਕਿ ਇਨ ਗਰੀਬ ਸਿੱਖਨ ਕੋ ਦਿਓ ਪਾਤਸ਼ਾਹੀ। ਮੈਂ ਜਿਹੜੇ ਗਰੀਬ ਮੇਰੇ ਸਿੱਖ ਨੇ, ਕੋਈ ਕੌਡੀ ਲੈ ਕੇ ਆਉਂਦਾ, ਕੋਈ ਫੁੱਲ ਲੈ ਕੇ ਆਉਂਦਾ, ਤੇ ਕਿਸੇ ਕੋਲ ਕੌਡੀ ਵੀ ਨਹੀਂ ਤੇ ਉਹ ਬੰਨੇ ਤੋਂ ਘਾਹ ਖੁਰਚ ਕੇ ਹੀ ਲੈ ਕੇ ਆ ਜਾਂਦਾ ਤੇ ਆ ਕੇ ਭੇਟਾ ਕਰਦਾ, ਆਪਣਾ ਕਲੇਜਾ ਹੀ ਮਨੋਂ ਕੱਢ ਕੇ ਅੱਗੇ ਚਰਨਾਂ ਵਿੱਚ ਰੱਖ ਦਿੰਦਾ। ਮੇਰੀ ਇੱਛਾ ਹੈ ਇਹਨਾਂ ਸਿੱਖਾਂ ਨੂੰ ਬਾਦਸ਼ਾਹ ਬਣਾ ਦੇਵਾਂ, ਇਨ ਗਰੀਬ ਸਿੱਖਾਂ ਕੋ ਦਿਓ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਇਹ ਸਾਡੀ ਗੁਰੂ ਨਾਨਕ ਦੀ ਗੱਦੀ ਨੂੰ ਯਾਦ ਕਰਨ ਕਿ ਕੋਈ ਤਿੰਨਾਂ ਲੋਕਾਂ ਦਾ ਸ਼ਹਿਨਸ਼ਾਹ ਰੱਬੀ ਸਿੰਘਾਸਣ ਲੈ ਕੇ ਆਇਆ ਸੀ ਤੇ ਸਾਨੂੰ ਬਾਦਸ਼ਾਹੀਆਂ ਦੇ ਗਿਆ। ਮਹਾਰਾਜ ਨੇ ਸਾਨੂੰ ਦੱਸਿਆ ਕਿ ਬਾਦਸ਼ਾਹੀ ਮਿਲਣੀ ਕਿਵੇਂ, ਇਹ ਮੰਗਣਾ ਚਾਹੀਦਾ ਮਹਾਰਾਜ ਕੋਲ। ਗਰੀਬ ਤੋਂ ਗਰੀਬ ਸਿੱਖ ਹੋਵੇ ਤੇ ਬਾਦਸ਼ਾਹੀ ਮਿਲਣੀ ਕਿਵੇਂ, ਉਹ ਸਤਿਗੁਰੂ ਨੇ ਸਾਨੂੰ ਨਿਤਨੇਮ ਦੀਆਂ ਬਾਣੀਆਂ ਬਖਸ਼ੀਆਂ ਨੇ, ਉਹਦਾ ਪਾਠ ਕਰਨ ਨਾਲ ਬਾਦਸ਼ਾਹੀ ਮਿਲਣੀ। ਸਾਡਾ ਸੰਧਿਆ ਦਾ ਸਮਾਂ ਰਹਿਰਾਸ ਬਿਨਾਂ ਨਾ ਗੁਜ਼ਰੇ। ਜ਼ਿਆਦਾ ਨਹੀਂ ਜਿਨ੍ਹਾਂ ਨੇ ਅਜੇ ਨਿਤਨੇਮ ਨਹੀਂ ਪ੍ਰਾਰੰਭ ਕੀਤਾ, ਇੱਕ ਇੱਕ ਗੁਰੂ ਪਾਤਸ਼ਾਹ ਜੀ ਦੇ ਨਾਮ ਤੇ ਇੱਕ ਇੱਕ ਦਿਨ ਕਰਕੇ ਦੇਖੋ ਬਈ ਪਹਿਲੇ ਦਿਨ ਗੁਰੂ ਨਾਨਕ ਜੀ ਦੇ, ਦੂਜੇ ਦਿਨ ਗੁਰੂ ਅੰਗਦ ਦੇਵ ਜੀ ਦੇ, ਇਸ ਤਰ੍ਹਾਂ 10 ਪਾਤਸ਼ਾਹੀਆਂ ਦੇ ਨਾਮ ਤੇ ਇੱਕ ਇੱਕ ਦਿਨ ਨਿਤਨੇਮ ਕਰੋ ਤੇ 11ਵੇਂ ਦਿਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸਤਿਗੁਰੂ ਜਾਣ ਕੇ ਤੇ ਨਿਤਨੇਮ ਕਰਕੇ ਮੱਥਾ ਟੇਕੋ ਬਈ ਮਹਾਰਾਜ ਮੈਂ ਆਪ ਜੀ ਨੂੰ ਨਮਸਕਾਰ ਕਰਦਾ। ਤੇ 11 ਦਿਨਾਂ ਵਿੱਚ ਹੀ ਦੇਖੋ ਮਨ ਦੀਆਂ ਅਵਸਥਾਵਾਂ ਕਿਵੇਂ ਬਦਲਦੀਆਂ, ਕਿਵੇਂ ਨਵੇਂ ਰਸਤੇ ਖੁੱਲ੍ਹਦੇ ਨੇ, ਕਿਵੇਂ ਆਤਮਕ, ਸਰੀਰਕ, ਮਾਨਸਿਕ, ਸਮਾਜਿਕ ਤੇ ਆਰਥਿਕ ਵਿਕਾਸ ਹੁੰਦਾ। ਬਸ ਸਮੱਸਿਆ ਇਹ ਹੈ ਅਸੀਂ ਕਰਦੇ ਨਹੀਂ, ਜਾਂ ਤੇ ਦਿਖਾਵਾ ਕਰਦੇ ਹਾਂ ਜਾਂ ਕਰਦੇ ਨਹੀਂ। ਉਹ ਜਿਹੜੀ ਬਾਦਸ਼ਾਹੀ ਮਿਲਣ ਦੀ ਜੁਗਤ ਹੈ ਉਹ ਨਿਤਨੇਮ ਹੈ ਤੇ ਵਾਹਿਗੁਰੂ ਮੰਤਰ ਦਾ ਜਾਪ ਹੈ। ਤੇ ਜੇ ਛੱਡ ਦੇਈਏ ਤੇ ਬਾਦਸ਼ਾਹੀਆਂ ਬਣੀਆਂ ਬਣਾਈਆਂ ਹੀ ਚਲੀਆਂ ਜਾਂਦੀਆਂ, ਨਹੀਂ ਰਹਿੰਦੀਆਂ।
ਨਸ਼ਿਆਂ ਵਿੱਚ ਕੋਈ ਜੁੜ ਗਿਆ, ਧਨ ਪਾ ਕੇ ਸਮਝੋ ਬਾਦਸ਼ਾਹੀ ਚਲੀ ਗਈ। ਸਤਿਗੁਰੂ ਦੇਣਾ ਚਾਹੁੰਦੇ ਨੇ, ਆਖਣ ਲੱਗੇ ਮਹਾਰਾਜ ਬਾਬਾ ਬੁੱਢਾ ਜੀ, ਇਹ ਸਾਡੇ ਕੋਲ ਜੋ ਕੁਝ ਹੈ ਤੁਹਾਡਾ ਹੀ ਹੈਗਾ ਹੈ, ਤੁਹਾਡੇ ਕਰਕੇ ਹੀ ਹੈ। ਤਨ ਮਨ ਧਨ ਜੇਤਕ ਹੈ ਮੇਰੇ, ਕਿਰਪਾ ਆਪ ਕੀ ਤੇ ਨਿਤ ਹੇਰੇ। ਮੈਂ ਰੋਜ਼ ਦੇਖਦਾ ਇਹ ਤੁਹਾਡੀ ਕਿਰਪਾ ਕਰਕੇ। ਜਦ ਤੁਸੀਂ ਬੁਲਾਓਗੇ ਮੈਂ ਦੌੜਦਾ ਹੋਇਆ ਆ ਜਾਵਾਂਗਾ। ਵਾਕਈ ਮਾਂ ਨਾਲੋਂ ਵੀ ਤੇਜ਼ ਦੌੜਦਾ ਹੋਇਆ ਕੋਈ ਹੋਰ ਰਿਸ਼ਤਾ ਦਿਖਾਈ ਨਹੀਂ ਪੈਂਦਾ। ਬੱਚਾ ਗਿਰ ਜਾਏ ਤੇ ਮਾਂ ਕਾਰਨ ਨਹੀਂ ਪੁੱਛਦੀ ਵੀ ਕਿਉਂ ਗਿਰ ਗਿਆ, ਕਿਉਂ ਸੱਟ ਲੱਗ ਗਈ। ਉਸ ਨੂੰ ਯਾਦ ਹੀ ਨਹੀਂ ਆਉਂਦਾ ਵੀ ਇਹਨੂੰ ਕਾਰਨ ਤਾਂ ਪੁੱਛਾਂ ਵੀ ਤੂੰ ਕਿਉਂ ਡਿੱਗਿਆ, ਤਿਲਕ ਗਿਆ ਜਾਂ ਚੋਟ ਲੱਗ ਗਈ ਜਾਂ ਗਿਰ ਗਿਆ, ਕਾਰਨ ਕੀ ਹੈ। ਸਭ ਕੁਝ ਭੁੱਲ ਕੇ ਮਮਤਾ ਦੀ ਬਾਰਿਸ਼ ਕਰਦੀ ਹੋਈ ਦੌੜ ਕੇ ਆ ਕੇ ਸਭ ਤੋਂ ਪਹਿਲੇ ਗਲ ਨਾਲ ਲਾ ਲੈਂਦੀ, ਮਾਂ ਸਦਕੇ ਜਾਏ, ਮਾਂ ਸਦਕੇ ਜਾਏ। ਬੜੀ ਮਮਤਾ ਮਿਠਾਸ ਦੀਆਂ ਲਹਿਰਾਂ ਉੱਠਦੀਆਂ ਨੇ। ਬੱਚਾ ਰੋਂਦਾ ਹੋਇਆ ਚੁੱਪ ਕਰ ਜਾਂਦਾ ਤੇ ਮਾਂ ਨਾਲੋਂ ਵੀ ਜੋ ਜ਼ਿਆਦਾ ਦੌੜ ਕੇ ਆਉਂਦਾ ਹੈ, ਹਕੀਕਤ ਇਹ ਹੈ ਉਹ ਗੁਰੂ ਹੈ। ਮਾਂ ਨਾਲੋਂ ਵੀ ਜਲਦੀ ਆ ਜਾਂਦਾ। ਮਹਾਰਾਜ ਜੀ ਨੇ ਬਾਣੀ 'ਚ ਬੋਲ ਆਖੇ ਨੇ, ਗੁਸਾਈ ਮਹਿੰਡਾ ਇਠੜਾ, ਅੰਮ ਅੱਬੇ ਥਾਵੋਂ ਮਿਠੜਾ। मेरा गुसाई मालक मेरा गुरु इतना प्यारा है कि उहदी ममता दी मिठास अम्मा ते अब्बा माँ प्यो नालों भी ज़्यादा है। माँ प्यो तो भी ज़्यादा प्यार करदा है, दुलार करदा है। पर अफसोस सानू उस गोद विच बैठण दा कदी ख्याल ही नहीं आया भी गुरु गोद विच बैठीए। फिर मैं गुजारिश करां नितनेम करना, जाप करना, ये गुरु दी गोद विच बैठना। ते फिर सतगुरु जो सिख कहे वही मन लैंदे ने। जो जो कहे ठाकुर पै सेवक, तत्काल होए आवे, देर नहीं करते। साहिब कहन लगे, जब तुसी बुलाओगे, याद करोगे, बाबा जी ये थोड़ा सेवक हाजिर हो जाए, सारे काम छड़ के आ जावांगे। इस तरह बाबा बुढ़ा जी नूं विदा कीता। बाबा बुढ़ा साहिब रमदास आ पहुंचे ने। अगली कथा श्रवण करिए। पेशतर एक बारी सारे आखो धन गुरु हरगोबिंद साहिब जी महाराज। एक बारी फिर आखो जी धन गुरु हरगोबिंद साहिब जी महाराज। सतनाम श्री वाहिगुरु साहिब जी। सुपट संग गन चढ़े तुरंग। एक दिन महाराज सच्चे पातशाह शिकार लई चढ़े ने। उन्हां दे नाल सुभट गुरमुख सूरमे। पट हुंदा है जिहड़ा सूरमा होवे, ते सुभट हुंदा है जिहड़ा गुरु नाल जुड़िया सूरमा होवे। सुंदरता, निमरता वाला, प्रेम वाला। सूरबीर दे गहने सुंदरता निमरता होंदी। ते साध संगत निमरता एक इहो जिहा महागुण है, ये जाप तो बिना नहीं आउंदा। इसलिए जाप नालों टुटिया हंकारी ते विकारी होवेगा, ते जाप नाल जुड़िया होया निर्माण होवेगा। यही पछाण होंदी उहदे बोलां च निमरता, ਉਹਦੇ ਕਰਮਾਂ 'ਚ ਨਿਮਰਤਾ, ਉਹਦੀ ਜ਼ਿੰਦਗੀ ਦੇ ਹਰ ਗੋਸ਼ੇ ਵਿੱਚ ਨਿਰਮਾਣਤਾ ਹੀ ਨਿਰਮਾਣਤਾ ਦਿਖਾਈ ਪੈਂਦੀ। ਅਭਿਮਾਨ ਨਹੀਂ ਆਉਂਦਾ, ਨਿਰਮਾਣ ਆਉਂਦਾ। ਉਹਨੂੰ ਸੁਭਟ ਕਹਿੰਦੇ ਨੇ। ਸੂਰਮਾ ਹੈ, ਬਲਸ਼ਾਲੀ ਹੈ,
ਪਰ ਝੁਕੇ ਹੋਇਆ ਹੈ, ਉਹ ਝੁਕੇ ਹੋਏ ਸੂਰਮੇ ਨਾਲ ਹਨ। ਹਤੇ ਬ੍ਰਿੰਦ ਹੀ ਛੋਰ ਤੁਫੰਗ। ਔਰ ਇਸ ਤਰ੍ਹਾਂ ਦੇ ਨਾਲ ਖੂੰਖਾਰ ਜਾਨਵਰਾਂ ਦਾ ਸ਼ਿਕਾਰ ਕੀਤਾ ਗਿਆ। ਏਕ ਸੇਖ ਤਿਨ ਮਹਿਮਤਵੰਤਾ। ਇਸ ਤਰ੍ਹਾਂ ਬਨਾਰਸ ਤੋਂ ਕੁਝ ਸੰਗਤਾਂ ਮਹਾਰਾਜ ਜੀ ਦੇ ਦੀਦਾਰ ਲਈ ਆਈਆਂ, ਆ ਪਹੁੰਚੀਆਂ। ਉਹਨਾਂ ਚੋਂ ਇੱਕ ਸਿੱਖ ਹੈਗਾ ਜਿਹੜਾ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਦਰਸ਼ਨ ਚਾਹੁੰਦਾ ਹੈ। ਦਰਸ਼ਨ ਕੋ ਤੂਰਨ ਲਲਚੰਤਾ। ਬਾਕੀ ਸੰਗਤਾਂ ਬਨਾਰਸ ਦੀਆਂ ਆਰਾਮ ਲਈ ਚਲੀਆਂ ਗਈਆਂ, ਬਈ ਸਵੇਰੇ ਦਰਸ਼ਨ ਕਰਾਂਗੇ, ਕੱਲ ਦਰਸ਼ਨ ਕਰਾਂਗੇ। ਪਰ ਇਹੋ ਜਿਹਾ ਤੜਪਿਆ ਹੋਇਆ ਹਿਰਦਾ, ਇਹ ਕਹਿੰਦੇ ਹੁਣੇ ਹੀ ਦਰਸ਼ਨ ਹੋ ਜਾਣ। ਦਰਸ਼ਨ ਕੋ ਤੂਰਨ ਲਲਚੰਦਾ, ਇਹਦੇ ਮਨ 'ਚ ਦਰਸ਼ਨ ਕਰਨ ਦਾ ਲਾਲਸ ਹੈ। ਸੰਗਤ ਛੋਰ ਵਿਪਾਸਾ ਪਾਸੀ। ਦਰਿਆਏ ਬਿਆਸਾ ਦੇ ਪਾਸੇ ਇਹ ਚੱਲ ਪਿਆ। ਜਦ ਇਹਨੂੰ ਪਤਾ ਚੱਲਿਆ ਵੀ ਮਹਾਰਾਜ ਉੱਥੇ ਬੈਠੇ, ਸ਼ਿਕਾਰ ਕਰਕੇ ਆਏ ਨੇ ਤੇ ਉੱਥੇ ਬੈਠੇ ਹੋਏ ਨੇ। ਆਪ ਜੀ ਦਾ ਸ਼ਿਕਾਰ ਕਰਨਾ ਵੀ ਬੰਦਗੀ ਹੈ, ਇਬਾਦਤ ਪ੍ਰਸਤਿਸ਼ ਹੈ। ਸ਼ਿਕਾਰ ਕਰਨਾ ਕੋਈ ਜੀਵ ਘਾਤ ਨਹੀਂ। ਉੱਪਰੋਂ ਉੱਪਰੋਂ ਦੇਖੀਏ ਤੇ ਕੋਈ ਕਹਿ ਸਕਦਾ, ਜਦ ਮਹਾਰਾਜ ਜੀ ਨੇ ਪੰਜ ਪਿਆਰੇ ਸਾਹਿਬਾਨ ਦੀ ਚੋਣ ਕੀਤੀ ਨਾ, ਤੇ ਉੱਪਰੋਂ ਉੱਪਰੋਂ ਦੇਖਣ ਵਾਲੇ ਦੌੜ ਕੇ ਮਾਤਾ ਗੁਜਰੀ ਜੀ ਦੇ ਕੋਲ ਆਏ, ਬਈ ਲਾਲ ਜੀ ਤਾਂ ਬੰਦੇ ਮਾਰਨ ਲੱਗ ਪਏ ਨੇ, ਗਰਦਨਾਂ ਵੱਢ ਵੱਢ ਕੇ ਸੁੱਟੀ ਜਾ ਰਹੇ ਨੇ। ਪਹਿਲਾਂ ਇੱਕ ਲਿਆ, ਉਹਦਾ ਸਿਰ ਕੱਟ ਦਿੱਤਾ, ਫਿਰ ਖੂਨ ਭਿੱਜੀ ਤਲਵਾਰ ਲੈ ਕੇ ਆਏ, ਦੂਜਾ ਕੱਟ ਦਿੱਤਾ। ਤੇ ਅਸੀਂ ਤੇ ਭੱਜ ਕੇ ਤੁਹਾਡੇ ਕੋਲ ਆਏ ਹਾਂ, ਚਲੋ ਉਹਨਾਂ ਨੂੰ ਰੋਕੋ। ਪਹਿਲੇ ਗੁਰੂ ਸਾਹਿਬਾਨ ਤੇ ਸਿੱਖਾਂ ਨੂੰ ਜੀਵਨ ਦਿੰਦੇ ਰਹੇ ਨੇ, ਸਿੱਖਾਂ ਨੂੰ ਹੀ ਮਾਰਨ ਲੱਗ ਪਏ। ਤੇ ਨਾਲੇ ਝਟਪਟ ਉਹਨਾਂ ਦੀ ਜਗ੍ਹਾ ਅਰਦਾਸ ਕਰਕੇ ਤੇ ਬਾਬਾ ਅਜੀਤ ਸਿੰਘ ਜੀ ਨੂੰ ਗੁਰਤਾ ਗੱਦੀ ਤੇ ਬਿਠਾ ਦਿਓ, ਮਹਾਰਾਜ ਜੀ ਦਾ ਦਿਮਾਗ ਨਹੀਂ ਕੰਮ ਕਰਦਾ ਪਿਆ। ਉਹਨਾਂ ਸੋਚਿਆ ਮਾਰ ਰਹੇ ਨੇ, ਕਤਲ ਕਰ ਰਹੇ ਨੇ, ਬੜੇ ਸਿੱਖਾਂ ਨੂੰ ਮਾਰ ਦੇਣਗੇ। ਮਾਤਾ ਜੀ ਦੇਰ ਨਾ ਕਰੋ, ਜਦੋਂ ਤੱਕ ਤੁਸੀਂ ਪਹੁੰਚਣੇ ਉਹਨਾਂ 100-200 ਹੋਰ ਮਾਰ ਦਿੱਤਾ ਹੋਣਾ। ਸਭ ਦੇ ਸਾਹਮਣੇ ਮਾਰੀ ਜਾ ਰਹੇ। ਮਾਤ ਜੀ ਕਹਿਣ ਲੱਗੇ, ਲਾਲ ਜੀ ਜੋ ਕਰਦੇ ਨੇ ਭਲਾ ਕਰਦੇ ਨੇ, ਉਹਨਾਂ ਦੀ ਕੋਈ ਖੇਡ ਹੈ, ਉਹਨਾਂ ਦਾ ਕੋਈ ਕੌਤਕ ਹੈ, ਕੋਈ ਲੀਲਾ ਹੈ, ਤੇ ਉਸ ਲੀਲਾ ਨੂੰ ਮਨੁੱਖ ਨਹੀਂ ਸਮਝ ਸਕਦੇ। ਲਖੀ ਨਾ ਜਾਈ ਨਾਨਕ ਲੀਲਾ, ਸਾਡੀ ਸਮਝ ਵਿੱਚ ਨਹੀਂ ਆਉਂਦੀ, ਸਮਝ ਤੋਂ ਬਾਹਰ ਆਉਂਦੀ। ਇੱਥੇ ਵੀ ਲੋਕੀ ਸੋਚਦੇ ਨੇ, ਲੈ ਗੁਰੂ ਸਾਹਿਬ ਸ਼ਿਕਾਰ ਕਰ ਰਹੇ ਨੇ, ਤੇ ਕਿਉਂ ਕਰ ਰਹੇ ਨੇ, ਉਹਦਾ ਕਾਰਨ ਕੀ ਹੈਗਾ। ਥੋੜ੍ਹਾ ਜਿਹਾ ਬਾਰੀਕੀ ਨਾਲ ਅਸੀਂ, ਸਾਡੀ ਇੱਕ ਇਹ ਵੀ ਵੱਡੀ ਪ੍ਰੋਬਲਮ ਹੈ, ਅਸੀਂ ਪੜ੍ਹਦੇ ਕੋਈ ਨਹੀਂ। ਬਸ ਇੱਕ ਗੱਲ ਮਾੜੀ ਮੋਟੀ ਕਿਤੋਂ ਸੁਣ ਲਓ, ਫਿਰ ਉਹਦੇ ਦੁਆਲੇ ਹੋ ਜਾਂਦੇ। ਫਿਰ ਤੇ ਟੈਲੀਫੋਨ ਹੱਥ 'ਚ ਲੈ ਕੇ ਜੱਜ ਵੀ ਆਪ, ਵਕੀਲ ਵੀ ਆਪ, ਜਲਾਦ ਵੀ ਆਪ, ਸਭ ਕੁਝ, ਸਾਰੇ ਫੈਸਲੇ ਆਪ ਹੀ ਕਰ ਦਿੰਦੇ ਆ। ਤੇ ਫਿਰ ਸਾਰੀ ਦੁਨੀਆ 'ਚੋਂ ਕੂੜ ਕਬਾੜ, ਨਾ ਸਮਝੀ ਦੀਆਂ ਗੱਲਾਂ ਫੈਲਾ ਦਿੰਦੇ। ਬਈ ਕਿਸੇ ਸਿਆਣੇ ਬੰਦੇ ਕੋਲੋਂ ਪੁੱਛ ਲਵੋ ਬਈ ਕੀ ਗੱਲ ਹੈ, ਕਾਰਨ ਕੀ ਹੈ, ਨਾ ਆਪੇ ਹੀ ਸਭ ਕੁਝ। ਬੜਾ ਕਈਆਂ ਦਾ ਕਿੰਤੂ ਹੁੰਦਾ, ਇਹ ਕਿਉਂ ਹੋਇਆ, ਉਹ ਕਿਉਂ ਹੋਇਆ। ਇਹ ਸਿੱਖ ਮਹਾਰਾਜ ਜੀ ਦੇ ਦਮਦਮਾ ਸਾਹਿਬ ਵਾਲੇ ਮੁਕਾਮ ਵੱਲ ਨੂੰ ਆ ਰਿਹਾ ਹੈ। ਸੁਨ ਸੁਧ ਗਇਓ ਜਹਾਂ ਸੁਖ ਰਾਸੀ। ਸਾਰੇ ਸੁੱਖਾਂ ਦਾ ਮੂਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿੱਥੇ ਦਮਦਮਾ ਸਾਹਿਬ ਬਿਰਾਜਮਾਨ ਨੇ, ਉੱਥੇ ਆ ਪਹੁੰਚਿਆ ਹੈ। ਆਮਿਕ ਮਦ ਨਹਿ ਅੰਗੀਕਾਰ। ਇਹ ਮਾਸ ਆਦਿਕ ਦਾ ਸੇਵਨ ਨਹੀਂ ਕਰਦਾ। ਧਰਹਿ ਸੁਮਤਿ ਪਰਲੋਕ ਸੁਧਾਰਹਿ। ਔਰ ਇਸ ਤਰ੍ਹਾਂ ਦੇ ਨਾਲ ਬਹੁਤ ਸੁਮਤਵਾਨ ਹੈ,
ਤੇ ਆਪਣਾ ਪਰਲੋਕ ਸੁਧਾਰਨਾ ਚਾਹੁੰਦਾ ਹੈ। ਸਿਗਰ ਪਹੁੰਚਿਓ ਧਰੀ ਉਪਾਇਨ। ਮਹਾਰਾਜ ਜੀਆਂ ਨੂੰ ਦਮਦਮਾ ਸਾਹਿਬ ਬਿਰਾਜੇ ਹੋਏ ਦੀਦਾਰ ਕੀਤਾ ਤੇ ਝਟਪਟ ਜਾ ਕੇ ਮੱਥਾ ਟੇਕਿਆ, ਭੇਟਾ ਰੱਖੀ, ਨਮਸਕਾਰ ਕੀਤੀ ਹੈ। ਬੰਦਨ ਕੀਨ ਕਮਲ ਸੇ ਪਾਇਨ। ਮਹਾਰਾਜ ਜੀ ਦੇ ਸ੍ਰੀ ਚਰਨ ਕਮਲਾਂ ਤੇ ਨੇ ਬੰਦਨਾ ਕੀਤੀ ਹੈ। ਤਬ ਗੁਰ ਕੇ ਕਰ ਬਾਜ ਬਡੇਰਾ। ਤੇ ਦੇਖਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੱਥ ਵਿੱਚ ਇੱਕ ਬੜਾ ਤਕੜਾ ਬਾਜ ਬੈਠਾ ਹੋਇਆ। ਬਾਜ ਆਪ ਰੱਖਦੇ ਸਨ। ਦੁਤੀਏ ਹੱਥ ਸੋ ਗਹੇ ਬਟੇਰਾ। ਇੱਕ ਹੱਥ ਵਿੱਚ ਬਾਜ ਹੈ ਤੇ ਦੂਜੇ ਹੱਥ ਵਿੱਚ ਬਟੇਰਾ ਹੈ। ਬਟੇਰ ਇੱਕ ਪੰਛੀ ਹੁੰਦਾ ਜਿਹੜਾ ਤਿੱਤਰ ਦੀ ਸ਼ਕਲ ਦਾ ਹੁੰਦਾ, ਛੋਟੇ ਆਕਾਰ ਦਾ ਹੁੰਦਾ ਹੈ, ਬੜੀ ਤੇਜ਼ ਦੌੜਦਾ ਹੈ। ਔਰ ਉਹ ਮਹਾਰਾਜ ਜੀ ਨੇ ਉਹਨੂੰ ਬਟੇਰ ਕਹਿੰਦੇ ਨੇ, ਉਹ ਹੱਥ 'ਚ ਪਕੜਿਆ ਹੋਇਆ ਹੈ। ਆਮਿਕ ਤਹਾਂ ਖੁਵਾਵਨ ਕਰੇ। ਪਰ ਕੀ ਦੇਖਦਾ ਹੈ ਝਟਪਟ ਮਹਾਰਾਜ ਜੀ ਨੇ, ਉਹ ਜਿਹੜਾ ਬਟੇਰਾ ਹੈ ਨਾ, ਉਹਦਾ ਮਾਸ ਤਿੱਤਰ ਵਰਗਾ ਬਟੇਰ, ਉਹਦਾ ਮਾਸ ਜਿਹੜਾ ਹੱਥ 'ਚ ਦੂਜਾ ਬਾਜ ਹੈ ਉਹਨੂੰ ਖਵਾਉਣ ਲੱਗ ਪਏ ਹਨ। ਦੋਨੋਂ ਕਰ ਸਰੋਣਤ ਸੋ ਭਰੇ। ਤੇ ਉਹਦਾ ਜਿਹੜਾ ਖੂਨ ਹੈਗਾ ਬਟੇਰ ਦਾ ਮਹਾਰਾਜ ਜੀ ਦੇ ਦੋਹਾਂ ਹੱਥਾਂ ਤੇ ਥੋੜਾ ਥੋੜਾ ਲੱਗਿਆ ਦਿਖਾਈ ਪੈਂਦਾ। ਥੋੜਾ ਹੀ ਹੋਵੇਗਾ ਕਿਉਂਕਿ ਇੰਨਾ ਵੱਡਾ ਨਹੀਂ ਹੁੰਦਾ ਵੀ ਉਹਦੇ 'ਚੋਂ ਕੋਈ 2 ਲੀਟਰ ਖੂਨ ਨਿਕਲ ਆਵੇ। ਕੋਈ 10-20 ਗ੍ਰਾਮ, ਇਸ ਤੋਂ ਜ਼ਿਆਦਾ ਉਹਦੇ 'ਚ ਹੋ ਨਹੀਂ ਸਕਦਾ। ਉਹ ਥੋੜਾ ਥੋੜਾ ਮਹਾਰਾਜ ਜੀ ਦੇ ਜਦੋਂ ਬਾਜ਼ ਬਟੇਰੇ ਨੂੰ ਖਵਾ ਰਿਹਾ ਸੀ, ਮਹਾਰਾਜ ਖਵਾ ਰਹੇ ਸਨ ਤੇ ਉਹ ਹੱਥਾਂ ਨੂੰ ਲੱਗਿਆ ਹੋਇਆ ਹੈ। ਫੇਰਤ ਸਿੱਖ ਨੇ ਤਰਕ ਵਿਚਾਰੀ। ਮਨ ਵਿੱਚ ਉਹ ਸਿੱਖ ਦੇਖ ਕੇ ਸੋਚਣ ਲੱਗ ਪਿਆ, ਤਰਕ ਕਰਨ ਲੱਗ ਪਿਆ। ਗਾਦੀ ਸ੍ਰੀ ਨਾਨਕ ਕੀ ਭਾਰੀ। ਬਈ ਇਹ ਤਾਂ ਅਸੀਂ ਸੁਣਿਆ ਗੁਰੂ ਨਾਨਕ ਦੇਵ ਜੀ ਦੀ ਬਰਕਤਾਂ ਨਾਲ ਭਾਰੀ ਨਿਵਾਜੀ ਹੋਈ ਗੱਦੀ ਹੈ। ਦਇਆ ਬਹੀਨ ਕਰਤ ਇਹ ਕਾਜਾ। ਇਹ ਤਾਂ 6ਵੇਂ ਪਾਤਸ਼ਾਹ ਜੋ ਕਰ ਰਹੇ ਨੇ, ਦਇਆ ਨਹੀਂ ਹੈਗੀ। ਕਿਵੇਂ ਆਪਣੇ ਹੱਥਾਂ ਨਾਲ ਬਟੇਰਾ ਪਕੜ ਕੇ ਤੇ ਬਾਜ ਨੂੰ ਖਵਾਈ ਜਾ ਰਹੇ ਨੇ ਤੇ ਮੁਸਕਰਾ ਰਹੇ ਹਨ। ਜਿਨ ਕੋ ਨਾਮ ਗਰੀਬ ਨਿਵਾਜਾ। ਤੇ ਇਹਨਾਂ ਦਾ ਨਾਮ ਤਾਂ ਗਰੀਬ ਨੂੰ ਨਿਵਾਜਣ ਵਾਲੇ, ਉਹ ਗਰੀਬ ਬਟੇਰੇ ਨੂੰ ਮਾਰ ਕੇ ਉਹਨੂੰ ਖਵਾਈ ਜਾ ਰਹੇ। ਬਾਹਰੋਂ ਦੇਖਾਂਗੇ ਨਾ ਤੇ ਸ਼ੰਕਾ ਬਣ ਜਾਏ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਵੀ ਬਣ ਜਾਏਗੀ। ਛੋਟੀ ਦ੍ਰਿਸ਼ਟੀ ਰੱਖਣ ਵਾਲਿਆਂ ਦੀ ਸ਼ੰਕਾ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਤੇ ਵੀ ਬਣ ਜਾਂਦੀ। ਉਹ ਕਹਿੰਦੇ ਇਹ ਕੀ ਲਿਖ ਦਿੱਤਾ, ਕੰਬਖਤਾ ਤੈਨੂੰ ਸਮਝ ਹੀ ਨਹੀਂ, ਤੂੰ ਅਰਦਾਸ ਕਰ ਮੈਨੂੰ ਸਮਝ ਆਵੇ ਵੀ ਗੁਰੂ ਨੇ ਕੀ ਲਿਖਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸ਼ੰਕਾ ਕਰਨਗੇ ਵੀ ਇਹ ਤਾਂ ਗੁਰੂ ਦੀ ਬਾਣੀ ਤੋਂ ਇਲਾਵਾ ਭਗਤਾਂ ਦੀ ਬਾਣੀ। ਕੌਣ ਦੱਸੇ? ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਦਰਜ ਕੀਤੀ, ਜਿਨ੍ਹਾਂ ਭਗਤਾਂ ਨੂੰ ਬਿਠਾਇਆ। ਤੈਨੂੰ ਕੀ ਇਤਰਾਜ਼ ਹੈ? ਪਰ ਖੋਟੀ ਮੱਤ ਜਿਹੜੀ ਹੈ ਉਹ ਜ਼ਿਆਦਾ ਫੁੜਕਦੀ ਹੈ, ਜ਼ਿਆਦਾ ਰੌਲਾ ਪਾਉਂਦੀ। ਜਿਵੇਂ ਕਹਾਵਤ ਹੈਗੀ ਹੈ ਵੀ ਥੋਥਾ ਚਨਾ ਬਾਜੇ ਘਨਾ। ਖਾਧਾ ਹੋਇਆ ਜਿਹੜਾ ਚਨਾ ਹੁੰਦਾ ਹੈ ਨਾ, ਉਹ ਛਿਲਕਾ ਜਿਹਾ ਖੜਕਦਾ ਜ਼ਿਆਦਾ। ਕਹੇ ਕਬੀਰ ਛੂਛਾ ਘਟ ਬੋਲੇ, ਖਾਲੀ ਘੜਾ ਟੰਗ ਟੰਗ ਬੋਲੇਗਾ, ਭਰਿਆ ਹੋਏ ਸੋ ਕਬੂ ਨਾ ਡੋਲੇ। ਜਿਨ੍ਹਾਂ ਦੀ ਗਿਆਨ ਸੋਝੀ ਸਮਝ ਥੋੜੀ ਹੈ ਤੇ ਥੋਥੀ ਹੈ, ਕੀੜਿਆਂ ਖਾਧੀ ਹੈ, ਹਉਮੈ ਦੇ, ਹੰਕਾਰ ਦੇ, ਗਿਆਨ ਦੇ, ਅਭਿਮਾਨ ਦੇ ਕੀੜਿਆਂ ਨੇ ਖਾ ਲਈ ਹੈ, ਉਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਤੇ ਸ਼ੱਕ ਕਰਨ ਤੁਰ ਪੈਂਦੇ। ਇੱਥੋਂ ਹੀ ਪਤਾ ਲੱਗ ਜਾਂਦਾ। ਤੇ ਫਿਰ ਹਰ ਇੱਕ ਤੇ ਹੀ ਸ਼ੱਕ, ਫਲਾਣਾ ਇਹ ਕਰ ਰਿਹਾ, ਫਲਾਣਾ ਇਹ ਕਰ ਰਿਹਾ, ਪਤਾ ਕੁਝ ਹੈ ਨਹੀਂ। ਐਸੇ ਲੋਕਾਂ ਬਾਰੇ ਗਲਤ ਗੱਲਾਂ ਕਰਨਗੇ ਜਿਨ੍ਹਾਂ ਦੇ ਨਾਲ ਸਾਰੀ ਜ਼ਿੰਦਗੀ ਮਿਲਣਾ ਹੀ ਨਸੀਬ ਨਹੀਂ ਹੁੰਦਾ। ਹਜ਼ਾਰਾਂ ਮੀਲ ਦੂਰ ਬੈਠੇ ਕਰਦੇ ਜਾਣ।
ਸਤਿਗੁਰੂ ਜੀ ਤੇ ਵੀ ਇਹਦੀ ਮੱਤ ਅਜੇ ਉੱਥੇ ਨਹੀਂ ਸੀ। ਸਿੱਖ ਦੀ ਮਨ ਵਿੱਚ ਸ਼ੱਕ ਆ ਗਿਆ ਵੀ ਨਾਮ ਗਰੀਬ ਨਵਾਜ਼ ਹੈ ਤੇ ਗਰੀਬ ਨੂੰ ਮਾਰ ਕੇ ਤੇ ਉਹਨੂੰ ਹੱਥਾਂ ਨਾਲ ਖਵਾ ਰਹੇ ਨੇ ਤੇ ਖੁਸ਼ ਹੋ ਰਹੇ ਹਨ। ਕਾਸੀ ਤਜ ਕਰ ਦੂਰ ਕਨੇਰੇ। ਤੇ ਅਸੀਂ ਗਿਆਨ ਨਗਰੀ ਕਾਸੀ ਬਨਾਰਸ ਨੂੰ ਛੱਡ ਕੇ ਤੇ ਇੰਨਾ ਦੂਰ ਇਹਨਾਂ ਦੇ ਦਰਸ਼ਨ ਕਰਨ ਆਏ, ਜਿਹੜੇ ਬਟੇਰੇ ਮਾਰ ਮਾਰ ਕੇ ਖਵਾ ਰਹੇ ਹਨ। ਆਏ ਇਹਾਂ ਰੀਤ ਅਸਹੇਰੇ। ਆ ਕੇ ਕਿਹੜੀ ਰੀਤ ਕਿਹੜੀ ਮਰਿਆਦਾ ਦੇਖਦੇ ਪਏ ਹਾਂ। ਹਿਮ ਗਿਣਤੀ ਮਨ ਗਿਣਤ ਮਹਾਨੀ। ਇਸ ਤਰ੍ਹਾਂ ਜਿਹੜੀਆਂ ਗਿਣਤੀਆਂ ਮਿਣਤੀਆਂ ਮਨ 'ਚ ਪਈਆਂ ਨਾ, ਬੇਰਸਾਪਨ ਬਣ ਗਿਆ। ਜੇ ਸ਼ਰਧਾ ਹੁੰਦੀ, ਵਿਸ਼ਵਾਸ ਬਣਿਆ ਰਹਿੰਦਾ। ਅੱਗੇ ਵਿਸ਼ਵਾਸ ਸੀ ਤੇ ਬਨਾਰਸ ਤੋਂ ਜਿੰਨੇ ਕਦਮ ਚੱਲ ਕੇ ਆਇਆ, ਹਰ ਕਦਮ ਰਸ ਦੇ ਰਿਹਾ ਸੀ, ਆਨੰਦ ਦੇ ਰਿਹਾ ਸੀ ਵੀ ਪਾਰ ਬ੍ਰਹਮ ਪਰਮੇਸ਼ਵਰ ਦੇ ਦਰਸ਼ਨ ਕਰਨ ਚੱਲੇ। ਨਿਹਾਲ ਹੋ ਰਿਹਾ ਸੀ, ਆਨੰਦਿਤ ਹੋ ਰਿਹਾ ਸੀ। ਪਰ ਹੁਣ ਸ਼ੰਕਾ ਆਇਆ ਤੇ ਕੁੰਠਿਤ ਹੋ ਰਿਹਾ। ਹੁਣ ਸਾਹਮਣੇ ਬੈਠੇ ਜਿਨ੍ਹਾਂ ਨੂੰ ਮਿਲਣ ਦੀ ਤਾਂਘ ਕਦਮ ਕਦਮ ਤੇ ਰਸ ਬਰਸਾ ਰਹੀ ਸੀ, ਤੇ ਸ਼ੰਕੇ ਨੇ ਉਹਨਾਂ ਦੇ ਸਾਹਮਣੇ ਬੈਠੇ ਦਾ ਮਨ ਗਿਲਾਨੀ ਨਾਲ ਭਰ ਦਿੱਤਾ। ਹੁਣ ਕੋਈ ਰਸ ਨਹੀਂ, ਹੁਣ ਕੋਈ ਆਨੰਦ ਨਹੀਂ। ਕਦਮ ਕਦਮ ਆਨੰਦ ਪ੍ਰਦਾਨ ਕਰ ਰਿਹਾ ਸੀ ਤੇ ਸਾਹਮਣੇ ਦੀਦਾਰ ਹੋ ਰਿਹਾ ਤੇ ਉਹ ਸ਼ੰਕਾ ਫਸ ਗਿਆ ਵਿੱਚ। ਉਸਨੇ ਬੇਰਸੀ ਬਣਾ ਦਿੱਤੀ ਹੈ। ਸ੍ਰੀ ਗੁਰ ਹਰਿ ਗੋਬਿੰਦ ਸਭ ਜਾਨੀ। ਮਨ ਵਿੱਚ ਸ਼ੰਕਾ ਬਣ ਗਿਆ, ਗਿਣਤੀਆਂ ਮਿਣਤੀਆਂ ਕਰਨ ਲੱਗ ਪਿਆ ਵੀ ਮੈਂ ਕਿੱਥੇ ਆ ਗਿਆ, ਬੜਾ ਸਫ਼ਰ ਕਰਕੇ ਆਇਆ। ਤੇ ਛੇਵੇਂ ਗੁਰੂ ਨਾਨਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੇਖਿਆ, ਜਾਣ ਲਿਆ ਤੇ ਮੁਸਕਰਾ ਬਈ ਹੈ ਤਾਂ ਚੰਗਾ, ਪਰ ਸ਼ੰਕੇ ਵਿੱਚ ਫਸ ਗਿਆ। ਇਹਦਾ ਸਾਰਾ ਰਸ ਮੁੱਕ ਗਿਆ। ਜਿਵੇਂ ਸਾਧ ਸੰਗਤ ਦਾਲ ਭਾਜਾ ਬੜਾ ਸਵਾਦ ਬਣਿਆ ਹੋਵੇ ਨਾ, ਪਰ ਇੱਕ ਦਾਣਾ ਵਿੱਚ ਰੇਤ ਆ ਜਾਏ, ਸਾਰਾ ਸਵਾਦ ਕਿਰਕਿਰਾ ਹੋ ਜਾਂਦਾ, ਭੁੱਲ ਜਾਂਦਾ ਹੈ। ਇੱਕਦਮ ਦਿਮਾਗ ਦੇ ਸਾਰੇ ਤੰਤੂ ਉੱਥੇ ਚਲੇ ਜਾਂਦੇ। ਜਿੰਨੀ ਦੇਰ ਉਹ ਨਿਕਲਦਾ ਨਹੀਂ ਨਾ, ਉਨੀ ਦੇਰ ਬੇਰਸੀ ਬਣੀ ਰਹਿੰਦੀ ਹੈ। ਦਾਲ ਬੜੀ ਸਵਾਦ ਹੈ, ਮੂੰਹ ਵਿੱਚ ਹੈ, ਪਰ ਸਵਾਦ ਨਹੀਂ ਆਉਂਦਾ। ਉਸ ਰੇਤ ਦੇ ਜ਼ਰਰੇ ਤੇ ਸਾਰੀ ਸੁਰਤ ਕੇਂਦਰਿਤ ਹੋ ਗਈ, ਕਿਉਂਕਿ ਸੁਰਤ ਨੇ ਹੀ ਸਵਾਦ ਦਾ ਅਨੁਭਵ ਕਰਨਾ ਸੀ। ਪਾਰ ਬ੍ਰਹਮ ਪਰਮੇਸ਼ਵਰ ਜੋਤ ਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ ਤੇ ਇਹਦੇ ਸ਼ੰਕੇ ਨੇ ਕੰਮ ਖਰਾਬ ਕਰ ਦਿੱਤਾ। ਇਸ ਦੇ ਸ਼ੱਕ ਨੇ ਬੇਰਸਾ ਕਰ ਦਿੱਤਾ ਤੇ ਗੁਰੂ ਸਾਹਿਬ ਜੀ ਨੇ ਸਭ ਜਾਣ ਲਿਆ। ਕਿਆ ਚਿਤਵਤ ਚਿਤ ਮਹਿ ਬਹੁਤਰ ਕਾ। ਮਹਾਰਾਜ ਕਹਿਣ ਲੱਗੇ, ਸਿੱਖਾ ਬੜੀ ਦੂਰੋਂ ਆਇਆ, ਬੜਾ ਥੱਕ ਕੇ ਪਹੁੰਚਿਆ, ਭੇਟਾਵਾਂ ਵੀ ਲਿਆਇਆ, ਪਰ ਹੁਣ ਕੀ ਮਨ ਵਿੱਚ ਸ਼ੰਕਾ ਕਰ ਬੈਠੇ, ਕੀ ਤਰਕ ਕੁਤਰਕ ਕਰਦਾ ਪਿਆ ਹੈ। ਭੇਵ ਨਾ ਜਾਣ ਸਕਹਿ ਤੂੰ ਧੁਰ ਕਾ। ਅਸਲ ਗੱਲ ਇਹ ਹੈ, ਤੈਨੂੰ ਪੁਰਾਤਨ ਪੁਰਾਣਾ ਇਹਦੇ ਪੁਰਾਣੇ ਜਨਮਾਂ ਦਾ ਭੇਦ ਨਹੀਂ ਪਤਾ। ਤੈਨੂੰ ਪਤਾ ਨਹੀਂ ਹੈ ਵੀ ਅਸੀਂ ਕਿਉਂ ਬਟੇਰਾ ਸ਼ਿਕਾਰ ਖੇਲ ਕੇ ਲਿਆਏ ਆ, ਪਕੜਿਆ ਤੇ ਕਿਉਂ ਖਵਾ ਰਹੇ ਆ, ਤੈਨੂੰ ਪਤਾ ਨਹੀਂ। ਅੰਦਰਲੀ ਗੱਲ ਤੈਨੂੰ ਨਹੀਂ ਪਤਾ। ਸੁਨਤ ਸਿੱਖ ਗੁਰ ਤੇ ਬਿਸਮਾਇਓ। ਮਹਾਰਾਜ ਜੀ ਨੇ ਸ਼ੰਕਾ ਦੂਰ ਕਰ ਦਿੱਤਾ। ਜੇ ਸਾਹਿਬ ਨਾ ਇਹਨੂੰ ਕਹਿੰਦੇ ਵੀ ਤੂੰ ਐਵੇਂ ਹੀ ਤਰਕ ਕਰੀ ਜਾ ਰਿਹਾ, ਇਸ ਦਾ ਸ਼ੰਕਾ ਹੋਰ ਵੱਧ ਜਾਣਾ ਸੀ। ਤੇ ਸ਼ੰਕਾ ਐਸਾ ਸਿਆਪਾ ਹੁੰਦਾ ਹੈ, ਇੱਕ ਜਗ੍ਹਾ ਨਹੀਂ ਰੁਕਦਾ, ਫਿਰ ਦੂਜੇ ਦੇ ਹਿਰਦੇ 'ਚ ਬੰਦਾ ਪਾ ਦਿੰਦਾ, ਫਿਰ ਤੀਜੇ ਦੇ ਪਾ ਦਿੰਦਾ, ਫਿਰ ਚੌਥੇ ਦੇ ਪਾ ਦਿੰਦਾ, ਪਰ ਇੰਝ ਸਪਰੈਡ ਹੋਈ ਜਾਂਦਾ। ਇੱਕ ਸ਼ੰਕਾ ਕਰਨ ਵਾਲਾ ਹਿਰਦਾ ਕਿੰਨੇ ਲੋਕਾਂ ਨੂੰ ਤੋੜ ਸਕਦਾ ਹੈ, ਕਿੰਨੇ ਲੋਕਾਂ ਦੀ ਜ਼ਿੰਦਗੀ ਬੇਰਸੀ ਨਾਲ ਭਰ ਸਕਦਾ ਹੈ। ਇਹ ਸ਼ੰਕਾ ਕਰਨਾ ਤੇ ਪਾਪ ਹੈ। ਤੇ ਮਹਾਰਾਜ ਕਹਿੰਦੇ ਨੇ ਪਾਪ ਹੀ ਨਹੀਂ ਹੈ, ਮਨ ਦੀ ਮੈਲ ਵੀ ਹੈ। ਜਿਵੇਂ ਚਸ਼ਮਾ ਮੈਲਾ ਹੋਵੇ ਨਾ ਤੇ ਕੁਝ ਨਹੀਂ ਦਿਖਦਾ, ਇਸ ਤਰ੍ਹਾਂ ਮਨ ਮੈਲਾ ਹੋਵੇ ਤੇ ਗੁਰੂ ਦੀ ਬਰਕਤ ਦਿਖਾਈ ਨਹੀਂ ਪੈਂਦੀ। ਮਨ ਮੈਲੇ ਸਭ ਕਿਸ ਮੈਲਾ,
ਤਨ ਧੋਤੈ ਮਨ ਹੱਛਾ ਨਾ ਹੋਏ। ਸ਼ੰਕਾ ਹੀ ਤੇ ਮੈਲ ਹੈ ਇਹੀ ਗੁਆਣੀ। ਸਹਿ ਸਹਿ ਜਿਉ ਮਲੀਨ ਹੈ। ਮਹਾਰਾਜ ਗੁਰੂ ਅਮਰਦਾਸ ਜੀ ਦੇ ਬੋਲ, ਕਿਤ ਸੰਜਮ ਧੋਤਾ ਜਾਏ। ਸਾਹਿਬ ਕਹਿੰਦੇ ਨੇ ਫਿਰ ਸਾਬਣ ਇਹ ਹੈਗਾ, ਮਨ ਧੋਵੋ ਸ਼ਬਦ ਲਾਗੋ। ਇਹ ਮਨ ਨੂੰ ਗੁਰੂ ਦੇ ਸ਼ਬਦ ਦੇ ਸਾਬਣ ਨਾਲ ਸ਼ੁੱਧ ਕੀਤਾ ਜਾ ਸਕਦਾ। ਮਹਾਰਾਜ ਜੀ ਨੇ ਬਚਨ ਕੀਤਾ ਤੇ ਕਹਿਣ ਲੱਗਾ, ਸ਼ੰਕਾ ਥੋੜਾ ਦੂਰ ਹੋਇਆ ਬਈ ਸਤਿਗੁਰੂ ਅੰਦਰ ਦੀ ਜਾਣਦੇ। ਥੋੜਾ ਰਸ ਬਣਨ ਲੱਗ ਪਿਆ, ਨੇਤਰ ਵੀ ਸੇਜਲ ਹੋ ਗਏ ਤੇ ਕਹਿਣ ਲੱਗਾ, ਹੇ ਸੱਚੇ ਪਾਤਸ਼ਾਹ, ਹੇ ਮੇਰਾਂ ਦੇ ਮਾਲਕ, ਵਿਸਮਾਦਿਤ ਹੋ ਕੇ ਆਖਿਆ, ਹੋਏ ਦੀਨ ਕਰ ਬਿਨੈ ਅਲਾਇਓ। ਤੇ ਨਿਮਰਤਾ ਨਾਲ ਭਰੇ ਬੋਲਾਂ ਰਾਹੀਂ ਬੇਨਤੀ ਕੀਤੀ। ਮਹਾਰਾਜ ਜੀ ਨੂੰ ਬੰਦਨਾ ਕਰਦਿਆਂ ਹੋਇਆਂ ਗੁਜ਼ਾਰਿਸ਼ ਕੀਤੀ ਹੈ, ਕਿਰਪਾ ਨਿਧਾਨ ਆਪ ਸਭ ਜਾਨੋ। ਆਖਿਆ, ਹੈ ਕਿਰਪਾ ਦੇ ਮਹਾਸਾਗਰ ਛੇਵੇਂ ਗੁਰੂ ਨਾਨਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਅਸੀਂ ਤੇ ਅਲਪੱਗ ਜੀ ਸੰਖਿਆ ਨਾਲ ਭਰੇ ਹੋਏ ਹਾਂ। ਆਪ ਸਾਡੇ ਹਿਰਦਿਆਂ ਦੀ ਵੀ ਜਾਣਦੇ ਹੋ ਤੇ ਜੋ ਖੇਡ ਵਰਤਾ ਰਹੇ ਹੋ, ਜਿਸ ਨੂੰ ਦੇਖ ਕੇ ਸ਼ੰਕਾ ਬਣਿਆ, ਉਹਦੀ ਬੈਕਗਰਾਉਂਡ ਵੀ ਸਾਰੀ ਆਪ ਜਾਣਦੇ ਹੋ। ਘਟ ਘਟ ਕੋ ਬਿਰਤਾਂਤ ਨਹਿ ਛਾਨੋ। ਤੇ ਕਿਸੇ ਵੀ ਹਿਰਦੇ ਦਾ, ਕਿਸੇ ਦੇ ਵੀ ਜੀਵਨ ਦਾ ਹਾਲ ਬਿਰਤਾਂਤ ਤੁਹਾਡੇ ਕੋਲੋਂ ਕੁਝ ਛੁਪਿਆ ਹੋਇਆ ਨਹੀਂ, ਤੁਹਾਨੂੰ ਸਭ ਪਤਾ ਹੈ। ਮੈਂ ਕਿਆ ਕਹੂੰ ਨ ਸਮਰੱਥ ਕੋਈ। ਸੱਚੇ ਪਾਤਸ਼ਾਹ, ਮੈਂ ਕੋਈ ਸਮਰੱਥਤਾ ਹਾਂ ਨਹੀਂ, ਅਲਪੱਗ ਜੀਵ ਹਾਂ, ਅਸਮਰੱਥ ਹਾਂ। ਆਪ ਸਰਮਰੱਥ ਸਰਭਾਗਿਆ ਹੋ, ਮੈਨੂੰ ਕੀ ਪਤਾ ਆਪ ਇਹ ਕਿਉਂ ਖੇਡ ਵਰਤਾ ਰਹੇ ਹੋ। ਵਹਿਰ ਕਿਰਿਆ ਪਿਕ ਸੰਕਾ ਹੋਈ। ਬਸ ਮਹਾਰਾਜ ਹੈ, ਬਾਹਰ ਦੀ ਕਿਰਿਆ ਦੇਖ ਕੇ ਤੇ ਮੈਨੂੰ ਸ਼ੰਕਾ ਹੋ ਗਈ। ਮਹਾਰਾਜ ਕਹਿੰਦੇ, ਬਾਣੀ ਨੇ ਤਾਕੀਦ ਵੀ ਕੀਤੀ ਹੈ ਵੀ ਗੁਰ ਕਹਿਆ ਸਾਕਾਰ ਕਮਾਵਹੁ, ਗੁਰ ਕੀ ਕਰਨੀ ਕਾਹੇ ਤਾਵ। ਇਹ ਸਾਹਮਣੇ ਮਾਤਾ ਜੀਆਂ ਦਾ ਖੂਹ ਹੈਗਾ, ਇੱਥੋਂ ਪਾਣੀ ਭਰ ਕੇ ਇੱਕ ਪਨਿਹਾਰੀ ਜਾ ਰਹੀ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਦੇ ਘੜੇ ਤੇ ਤੀਰ ਚਲਾ ਦਿੱਤਾ। ਤਾਂਬੇ ਜਾਂ ਪਿੱਤਲ ਦਾ ਕਲਸ਼ ਸੀ, ਧਾਤੂ ਕਲਸ਼, ਉਹਦੇ 'ਚ ਲੱਗ ਗਿਆ ਤੀਰ, ਅੰਦਰ ਖੁੱਭ ਗਿਆ। ਉਹ ਇੰਨੀ ਭੈਭੀਤ ਹੋਈ, ਉਹਨੂੰ ਲੱਗਿਆ ਸ਼ਾਇਦ ਮੇਰੇ ਸਿਰ ਵਿੱਚ ਮਾਰਿਆ ਸੀ, ਪਰ ਲੱਗ ਇਹਨੂੰ ਗਿਆ। ਬਹੁਤ ਰੋਣ ਲੱਗ ਪਈ, ਬਹੁਤ ਡਰ ਗਈ। ਸ੍ਰੀ ਮਾਤਾ ਜੀ ਦੇ ਚਰਨ ਪਕੜੇ ਤੇ ਮਹਾਰਾਜ ਕੋਲ ਮੁਸਕਰਾ ਰਹੇ ਸਨ ਖੜੇ ਹੋ। ਤੇ ਉਸ ਦਾ ਸ਼ੰਕਾ ਨਿਵਾਰਨ ਲਈ ਮਾਤਾ ਜੀਆਂ ਨੇ ਬੋਲ ਆਖੇ, ਲਾਲ ਜੀ ਉਹ ਰੋ ਰਹੀ ਹੈ, ਤੁਸੀਂ ਹੱਸ ਰਹੇ। ਤੇ ਮੈਨੂੰ ਲੱਗਦਾ ਹੈ ਵੀ ਉਹਨੂੰ ਇਹ ਰਮਜ਼ ਦੀ ਸਮਝ ਨਹੀਂ ਆਈ ਵੀ ਤੀਰ ਮਾਰਿਆ ਕਿਉਂ ਹੈ, ਤਾਂ ਉਹ ਦੁਖਿਤ ਹੋ ਰਹੀ, ਤਾਂ ਉਹ ਰੋ ਰਹੀ। ਜੇ ਉਹਨੂੰ ਪਤਾ ਚੱਲ ਜਾਂਦਾ ਵੀ ਤੀਰ ਮੈਨੂੰ ਨਹੀਂ ਮਾਰਿਆ, ਕਿਸੇ ਹੋਰ ਨੂੰ ਮਾਰਿਆ, ਤੇ ਕਿਉਂ ਰੋਂਦੀ। ਫਿਰ ਤੇ ਉਹ ਸਦਕੇ ਜਾ ਰਹੀ ਹੁੰਦੀ, ਫਿਰ ਤੇ ਚਰਨਾਂ ਤੋਂ ਵਾਰਨੇ ਬਲਿਹਾਰਨੇ ਜਾ ਰਹੀ ਹੁੰਦੀ, ਪਰ ਨਹੀਂ ਪਤਾ। ਉਹਨੇ ਸੋਚਿਆ ਮੈਨੂੰ ਮਾਰਿਆ, ਮੈਂ ਬਚ ਗਈ ਹਾਂ। ਭਾਈ ਜੇ ਗੁਰੂ ਮਾਰੇ ਕੋਈ ਬਚ ਸਕਦਾ, ਪਰ ਸਤਿਗੁਰੂ ਮਾਰਦੇ ਨਹੀਂ। ਸਤਿਗੁਰੂ ਤੇ ਦੁੱਖ ਨਿਵਾਰਦੇ ਨੇ, ਤਾਰਦੇ ਨੇ। ਮਹਾਰਾਜ ਫਿਰ ਕਹਿ ਹੀ ਦਿੱਤਾ ਸਤਿਗੁਰੂ ਜੀ ਨੇ, ਆਖਣ ਲੱਗੇ, ਅਸੀਂ ਕੋਈ ਹਾਸਾ ਮਖੌਲ ਨਹੀਂ ਕੀਤਾ, ਅਸੀਂ ਤਾਂ ਮਾਤ ਜੀ ਇਹਨਾਂ ਦੇ ਪਰਿਵਾਰ ਦੇ ਪ੍ਰਾਣ ਬਚਾਏ ਨੇ। ਪ੍ਰਾਣ ਬਚਾਏ ਨੇ ਤੀਰ ਮਾਰ ਕੇ। ਇਹ ਕੋਈ ਪ੍ਰਾਣ ਬਚਾਉਣ ਦਾ ਤਰੀਕਾ ਹੈ? ਅਗੇ ਤੀਰ ਮਾਰਿਆ ਤੇ ਪ੍ਰਾਣ ਬਚੇ। ਤੇ ਸਾਹਿਬ ਕਹਿਣ ਲੱਗੇ, ਲਾਗੇ ਜਾ ਕੇ ਦੇਖੋ। ਜਦ ਦੇਖਿਆ ਤਾਂ ਸਾਰੇ ਜਿਤਨੀ ਸੰਗਤ ਸੀ ਸਭ ਦਾ ਚਿਹਰਾ ਖਿਲ ਗਿਆ। ਪਹਿਲੇ ਸਭ ਸੋਗ ਵਿੱਚ ਸਨ, ਬਈ ਤੀਰ ਮਾਰਿਆ, ਜੇ ਮਰ ਜਾਂਦੀ ਕੀ ਹੁੰਦਾ। ਤਾਂ ਲਾਗੇ ਜਾ ਕੇ ਦੇਖਿਆ ਤਾਂ ਉਹਦੇ ਵਿੱਚ ਜ਼ਹਿਰੀਲਾ ਨਾਗ ਸੀ, ਮਹਾਰਾਜ ਦੇ ਤੀਰ ਵਿੱਚੋਂ ਪਰੁੱਚਿਆ ਹੋਇਆ, ਤੇ ਆਪਣੇ ਪ੍ਰਾਣ ਤਿਆਗ ਲਿਆ। ਇਹ ਕੌਤਕ ਮਹਾਰਾਜ ਜੀ ਦਾ
ਸਾਹਮਣੇ ਆ ਗਿਆ ਤੇ ਸਭ ਸੰਗਤਾਂ ਨਮਸਕਾਰ ਤੇ ਜੈ ਜੈਕਾਰ ਕਰਨ ਲੱਗ ਪਈ। ਪਹਿਲੇ ਸਰੂਪ ਕੁਝ ਹੋਰ ਦਿਖਾਈ ਪੈ ਸਕਦਾ ਹੈ, ਪਰ ਸਮਝ ਆਵੇ ਤੇ ਫਿਰ ਪਤਾ ਲੱਗਦਾ ਨਹੀਂ ਇਹ ਤੇ ਗੱਲ ਹੋਰ ਦੀ ਹੋਰ। ਉਹਨਾਂ ਨੇ ਬਹੁਤ ਵਿਰੋਧ ਕੀਤਾ, ਜਿਨ੍ਹਾਂ ਕਿਹਾ ਲੈ ਛੋਟਾ ਜਿਹਾ ਬਾਲਕ ਜਨੇਊ ਤੋਂ ਨਾ ਕਰਦਾ, ਪਰ ਬਾਅਦ ਚ ਪਤਾ ਚੱਲਿਆ ਨਹੀਂ ਤੇ ਸੱਚ ਦਾ ਜਨੇਊ ਪਾਉਣ ਲਈ ਕਹਿ ਰਹੇ ਨੇ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਹੀ, ਜੇ ਤੇਰੇ ਕੋਲ ਹੈ ਤਾਂ ਪਾਂਡੇ ਖੱਤ ਪਾ ਦੇ ਮੇਰੇ ਗਲ ਵਿੱਚ, ਪਰ ਇਹ ਤਾਂ ਤੇਰੇ ਕੋਲ ਹੈ ਨਹੀਂ। ਜੇ ਜਨੇਊ ਹੋਵੇ ਫਿਰ ਨਾ ਇਹ ਟੁੱਟੇ ਨਾ ਮਲ ਲੱਗੈ, ਨਾ ਇਹ ਜਲੇ ਨਾ ਜਾਏ, ਤੇ ਪਾਉਣ ਵਾਲੇ ਨੂੰ ਇੰਨਾ ਵੱਡਾ ਸਨਮਾਨ ਹੈ ਕਿ ਦਰਗਾਹ ਵਿੱਚ ਵੀ ਉਹਨੂੰ ਧੰਨ ਧੰਨ ਆਖਿਆ ਜਾਏਗਾ। ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਫਿਰ ਸਮਝ ਆਈ ਤੇ ਕਹਿਣ ਲੱਗੇ ਧੰਨ ਗੁਰੂ ਨਾਨਕ, ਜੋ ਕਿਹਾ ਅਸੀਂ ਸਮਝਿਆ ਹੀ ਨਹੀਂ। ਅੱਜ ਤੱਕ ਭਾਵੇਂ 550 ਸਾਲ ਹੋ ਗਏ ਨੇ, ਉੱਤੇ ਹੀ ਹੋ ਗਿਆ ਸਾਲ 2 ਸਾਲ, ਪਰ ਅਸੀਂ ਅਜੇ ਗੁਰੂ ਨਾਨਕ ਦੇ ਜੋ ਮਹਾਨ ਪਾਰ ਬ੍ਰਹਮ ਪਰਮੇਸ਼ਵਰੀ ਬੋਲ ਹਨ, ਉਹਨਾਂ ਦੇ ਇੱਕ ਓੰਕਾਰ ਦਾ ਏਕਾ ਵੀ ਅਜੇ ਨਹੀਂ ਸਮਝਿਆ। ਹਾਲੇ ਏਕਾ ਵੀ ਸਮਝ ਨਹੀਂ ਆਇਆ। ਓੰਕਾਰ ਤੇ ਹਾਲੇ ਬਾਅਦ 'ਚ ਹੈ, ਮੂਲ ਮੰਤਰ ਤੇ ਹਾਲੇ ਬਾਅਦ 'ਚ। ਅਜੇ ਤੇ ਅਸੀਂ ਲੜਨ ਤੇ ਲੱਗੇ ਹੋਏ ਆ ਵੀ ਮੂਲ ਮੰਤਰ ਕਿੱਥੋਂ ਤੱਕ ਹੈ, ਅਜੇ ਲੜਨ ਤੇ ਲੱਗੇ। 5 ਬਾਣੀਆਂ ਕਿਹੜੀਆਂ ਨੇ, ਅਜੇ ਲੜਨ ਤੇ ਲੱਗੇ। 10ਵੇਂ ਪਾਤਸ਼ਾਹ ਦੀ ਬਾਣੀ ਹੈ ਕਿ ਨਹੀਂ ਹੈ, ਜੇ ਲੜਨ ਤੇ ਲੱਗੇ ਹੋਏ। ਗੁਰੂ ਹਾਜ਼ਰ ਨਾਜ਼ਰ ਹੈ ਕਿ ਨਹੀਂ ਹੈ, ਲੜਨ ਤੇ ਲੱਗੇ। ਐ ਮਰਿਆਦਾ, ਐ ਮਰਿਆਦਾ, ਆਪਣੀ ਆਪਣੀ ਵੱਖਰੀ ਮਰਿਆਦਾ ਬਣਾਈ ਹੋਈ। ਕੌਣ ਦੱਸੇ ਸਾਡੀ ਵਿਸ਼ਵ ਵਿਆਪੀ ਮਰਿਆਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸ਼ੂ ਹੁੰਦੀ ਹੈ, ਬਾਕੀ ਸਥਾਨਕ ਨੇ ਸਭ। खैर मुक्तसर में गुजारिश करा, जे झगड़े मुके नहीं अपने तो जगह जगह झगड़े पा रहे हैं। कलेश अपने अंदर दा मुकिया नहीं है तो जगह जगह कलेश खड़ा करते पे। तो कई तो इतने महाकलेशी ने वो गुरुद्वारे विच भी यही कुछ करते, आ जान तो यही कुछ करते, धर्म स्थाना तो यही कुछ करते हैं, क्योंकि अंदर जो है वही निकलेगा। साहिब जी ने मोहर ला दी कि जो पावे भांडे विच वस्त सा निकले, क्या कोई करे विचारा। अपने वस की गल नहीं। भांडा किवें वस्तु नूं बदल सकता है, जो उहदे च पै गया वही निकलना। हाँ, ये पहला जो पिया कढ़ के मांज के साफ करके कोई चंगी वस्तु पा लो, फिर वो निकलेगी। इसलिए महाराज जी दे बोल ने कहते ने, वस्तु अंदर वस्त समावे दूजी होवे पास, ते दूजी पास करने वास्ते करे की। साहिब सेती हुक्म ना चले, नाल खसम चले अरदास। महाराज जी दे चरना च अरदास करिए वे महाराज मेरे अंदर दी खोट गवाओ, मेरे अंदर दा शंका गवाओ, मेरे अंदर दी मलीनता दूर कर दो। ते साहिब कृपा कर देंगे। महाराज सच्चे पातशाह इस तरह समझाउण लगे ने भी ये कौतक इंज हो रहा है। तब सतगुर तिन खग की गाथा। फिर महाराज सच्चे पातशाह ने उस पंछी बटेरे दी गाथा दोहां दी। प्रथम जन्म की कह सिख साथा। महाराज कहन लगे तैनू इन्हां दे पिछले जन्म दी गल सुणाउंदे आ। उतो बटेरा केवट सरता। आ जेड़ा बटेरा है ना, इत्थे दरिया ब्यासा ते मलाह सी, या किधरे मलाह होवेगा। लेत मजूरी पार उतरता। जेड़ा कोई मलाह दे घाट ते आवे उस कोलों पैसे लैके ते पार करा देंदा सी। इहदा रोज दा ਇਹ ਕੰਮ ਸੀ। ਚਤੁਰਤ ਸ੍ਰੀ ਸਤਗੁਰ ਕੇ ਤੀਰ। ਇਹ ਜਿਹੜਾ ਬਾਜ਼ ਹੈਗਾ ਹੈ, ਇਹ ਗੁਰੂ ਰਾਮਦਾਸ ਜੀ ਦੇ ਕੋਲ ਸਿੱਖ ਹੈਗਾ, ਮਹਾਰਾਜ ਜੀ ਦਾ
ਸਿੱਖ ਸੀ ਜਿਹੜਾ ਬਾਜ ਹੈ, ਉਤੋ ਬਾਜ ਇਹ ਸਿੱਖ ਸਰੀਰ। ਇਹ ਜਿਹੜਾ ਬਾਜ ਹੈ ਸਿੱਖੀ ਜਾਮੇ ਵਿੱਚ ਗੁਰੂ ਰਾਮਦਾਸ ਜੀ ਦੇ ਕੋਲ ਸੀ। ਕਿਸ ਕਾਰਜ ਕੋ ਜਬ ਹੈ ਪਠਾਇਓ, ਤੇ ਮਹਾਰਾਜ ਜੀ ਨੇ ਕਿਸੇ ਕੰਮ ਲਈ ਇਸ ਨੂੰ ਭੇਜਿਆ। ਚਲ ਮਾਰਗ ਇਸ ਕੇ ਟਿਕ ਆਇਓ, ਉਹ ਸਾਰਾ ਸਫ਼ਰ ਤੈਅ ਕਰਕੇ ਤੇ ਇਹਦੇ ਕੋਲੇ ਦੇ ਘਾਟ ਤੇ ਆ ਗਿਆ ਜਿੱਥੇ ਇਹ ਬੇੜੀ ਚਲਾਉਂਦਾ ਸੀ। ਕਹਿਓ ਕਿ ਮੋਹ ਕੋ ਪਾਰ ਉਤਾਰ, ਤੇ ਆਖਿਆ ਵੀ ਮੈਂ ਛੇਤੀ ਜਾਣਾ ਹੈ, ਮਹਾਰਾਜ ਨੇ ਭੇਜਿਆ, ਕੋਈ ਸੇਵਾ ਹੈ ਤੇ ਮੈਨੂੰ ਪਾਰ ਉਤਾਰ ਦੇ। ਗੁਰ ਕੋ ਕਾਜ ਕਰਨ ਬਿਨ ਬਾਰ, ਮਹਾਰਾਜ ਜੀ ਦਾ ਕੰਮ ਸੇਵਾ ਬਿਨਾਂ ਦੇਰੀ ਦੇ ਮੈਂ ਕਰਨਾ ਚਾਹੁੰਦਾ, ਮੈਨੂੰ ਵੀ ਪਾਰ ਉਤਾਰ। ਚੜ ਬੈਠਿਓ ਤਰਨੀ ਪਰ ਜਬੈ, ਤੇ ਜਦੋਂ ਬੇੜੀ ਤੇ ਉਹ ਸਿੱਖ ਜਿਹੜਾ ਹੁਣ ਬਾਜ਼ ਬਣਿਆ ਚੜ ਗਿਆ, ਸਰਤਾ ਵਿੱਚ ਚਲੀ ਤਰ ਤਬੈ, ਤੇ ਫੇਰ ਉਹ ਦਰਿਆ ਵਿੱਚ ਬੇੜੀ ਚੱਲ ਪਈ। ਸਭ ਤੇ ਲਈ ਮਜੂਰੀ ਜਾਚ, ਹੋਰ ਵੀ ਜਿਹੜੇ ਸਵਾਰੀਆਂ ਸਨ ਉਹਨਾਂ ਕੋਲੋਂ ਮਲਾਹ ਨੇ ਕਿਹਾ ਵੀ ਲਿਆਓ ਲਿਆਓ ਪੈਸੇ ਦਿਓ ਮੈਨੂੰ ਜਿਹੜੇ ਮੇਰੇ ਹਨ। ਸਿੱਖ ਕੇ ਪਾਸ ਤੋ ਪੈਸੇ ਪਾਂਚ, ਇਹ ਸਿੱਖ ਦੇ ਜਿਹੜਾ ਹੁਣ ਬਾਜ਼ ਬਣਿਆ ਇਹਦੇ ਕੋਲ 5 ਪੈਸੇ ਸਨ। ਸੋ ਸਭ ਦੇ ਰਹਿਓ ਨਹਿ ਲੀਨ, ਇਹ ਮਲਾਹ ਨੂੰ ਉਹ 5 ਪੈਸੇ ਕਿਹਾ ਮੇਰੇ ਕੋਲ ਇਹ ਹੀ ਹੈਗੇ ਨੇ, ਮੈਂ ਖਰਚ ਕਰ ਆਇਆ, ਫਿਰ ਕਦੀ ਲੰਘਦਾ ਟੱਪਦਾ ਆਵਾਂਗਾ ਜਿੰਨੇ ਕਹੇ ਦੇ ਜਾਵਾਂ, ਪਰ ਇਸ ਵੇਲੇ ਮੇਰੇ ਕੋਲ ਇੰਨੇ ਹੀ ਹੈਗੇ ਨੇ। ਰਿਸ਼ਤਰ ਅਧਿਕ ਤਾੜਨਾ ਕੀਰ, ਮਲਾਹ ਬੜਾ ਕ੍ਰੋਧ ਨਾਲ ਭਰ ਗਿਆ ਜਿਹੜਾ ਬਟੇਰਾ ਬਣਿਆ ਹੋਇਆ, ਬੜੇ ਕ੍ਰੋਧ ਦੇ ਬੋਲ, ਕੌੜੇ ਬੋਲ, ਤਾੜਨਾਮਈ ਬੋਲ ਆਖਣ ਲੱਗ ਪਿਆ। ਪੁਰਖ ਜੇ ਜੀਆ ਅਧਿਕ ਲਗਾਇਓ, ਆਖਣ ਲੱਗਾ ਸਰਕਾਰ ਨੇ ਬੜਾ ਜਜ਼ੀਆ ਟੈਕਸ ਲਗਾਇਆ ਹੋਇਆ ਹੈ, ਇਨ ਤੇ ਚੋਗਣ ਦੇਹ ਤਾਂ ਜਾਇਓ। ਮੈਂ 5 ਪੈਸਿਆਂ 'ਚ ਪਾਰ ਨਹੀਂ ਕਰਨਾ, ਘੱਟੋ ਘੱਟ 20 ਪੈਸੇ ਦੇ, 20 ਪੈਸੇ ਮੈਨੂੰ ਚਾਹੀਦੇ ਹਨ। ਸੁਣ ਸਿੱਖ ਬੇਨਤੀ ਕਰ ਬਹੁ ਕਹਿਓ, ਤੇ ਸਿੱਖ ਨੇ ਹੱਥ ਜੋੜੇ ਨਿਮਰਤਾ ਨਾਲ ਬੇਨਤੀ ਕੀਤੀ, ਆਖਿਆ ਅੱਜ ਇੰਨੇ ਹੀ ਨੇ, ਮੈਨੂੰ ਨਹੀਂ ਪਤਾ ਸੀ ਵੀ ਇੰਨੇ ਲੱਗਦੇ ਨੇ, ਤੇ ਬਾਕੀ ਲੰਘਦਾ ਟੱਪਦਾ ਫਿਰ ਦੇ ਜਾਵਾਂਗਾ। ਅਬ ਮਮ ਪਾਸ ਨਹੀਂ ਕੁਛ ਰਹਿਓ, ਹੋਰ ਮੇਰੇ ਕੋਲ 5 ਪੈਸਿਆਂ ਤੋਂ ਬਿਨਾਂ ਕੁਝ ਨਹੀਂ ਹੈਗਾ। ਕਾਰਜ ਗੁਰ ਕੇ ਉਲੰਘਣ ਪਾਰ, ਸਤਿਗੁਰੂ ਜੀ ਦੀ ਸੇਵਾ ਕਰਕੇ ਮੈਂ ਪਾਰ ਲੰਘਣਾ ਚਾਹੁੰਦਾ ਹਾਂ, ਮੇਰਾ ਆਪਣਾ ਕੰਮ ਵੀ ਨਹੀਂ ਹੈ। ਦੀਜੈ ਇਹ ਨਾ ਕਰੋ ਤਕਰਾਰ, ਤੁਸੀਂ ਇਹ 5 ਪੈਸੇ ਹੁਣ ਰੱਖ ਲਓ, ਤਕਰਾਰ ਨਾ ਕਰੋ। ਕਹਿ ਬਹੁ ਰਹਿਓ ਨਾ ਮੂਰਖ ਮਾਨੀ, ਬਹੁਤ ਨਿਮਰਤਾ ਨਾਲ ਸਿੱਖ ਬੇਨਤੀ ਕਰਦਾ ਰਿਹਾ, ਪਰ ਇਹ ਅਭਿਮਾਨੀ ਮੂਰਖ ਨੇ ਸਿੱਖ ਦੀ ਇੱਕ ਗੱਲ ਨਾ ਮੰਨੀ। ਲੀਨ ਉਠਾਏ ਗਇਓ ਦਿੜ ਪਾਨੀ, ਤੇ ਸਗੋਂ ਇਸ ਤਰ੍ਹਾਂ ਦੇ ਨਾਲ ਮਜ਼ਬੂਤੀ ਨਾਲ ਸਿੱਖ ਦੇ ਦੋਵੇਂ ਹੱਥ ਪਿੱਛੇ ਕਰਕੇ ਤੇ ਤਕੜਾਈ ਨਾਲ ਕਰੜੇ ਹੱਥਾਂ ਨਾਲ ਪਕੜ ਲਿਆ ਉਸ ਨੂੰ। ਬਲ ਤੇ ਸਿੱਖ ਕੋ ਦੀਨ ਧਕੇਲਾ, ਤੇ ਪੂਰਾ ਜ਼ੋਰ ਲਾ ਕੇ ਬੇੜੀ ਵਿੱਚੋਂ ਦਰਿਆ ਵਿੱਚ ਧੱਕਾ ਦੇ ਦਿੱਤਾ। ਹੋਏ ਨਿਰਦੈ ਸਲਤਾ ਮਹਿ ਮੇਲਾ, ਨਿਰਦਈ ਪੁਣਾ ਪ੍ਰਗਟ ਕਰਦਿਆਂ ਦਰਿਆ ਵਿੱਚ ਸੁੱਟ ਦਿੱਤਾ। ਸਹਿਤ ਕ੍ਰੋਧ ਸਿੱਖ ਚਾਹਤ ਐਸੇ, ਸਿੱਖ ਦੇ ਮਨ ਵਿੱਚ ਵੀ ਕ੍ਰੋਧ ਉਸ ਵੇਲੇ ਆ ਗਿਆ, ਭਾਵ ਵਿਰੋਧ ਜਾਗਿਆ। ਆ ਮਿਖੀ ਕਾਟ ਖਾਓ ਇਸ ਜੈਸੇ, ਉਹ ਨਾਲੇ ਰੁੜਦਾ ਜਾ ਰਿਹਾ ਸੀ ਤੇ ਨਾਲੇ ਉਹਦੇ ਮਨ 'ਚ ਤਰੰਗ ਆ ਗਈ ਵੀ ਜੇ ਮੈਨੂੰ ਪਤਾ ਹੁੰਦਾ ਨਾ ਇਹਨੇ ਮੈਨੂੰ ਮਾਰ ਦੇਣਾ, ਰੋੜ ਦੇਣਾ, ਤੇ ਮੈਂ ਇਹਨੂੰ ਹੀ ਕੱਟ ਕੇ ਖਾ ਜਾਂਦਾ। ਕ੍ਰੋਧ ਵਿੱਚ ਬੰਦਾ ਐਸਾ ਸੋਚ ਲੈਂਦਾ ਹੈ। ਗੁਰ ਕੋ ਅਦਬ ਨ ਕਰੁਣਾ ਕੀਨ, ਇਸ ਨੇ ਮਹਾਰਾਜ ਗੁਰੂ ਰਾਮਦਾਸ ਜੀ ਦਾ ਸਿੱਖ ਹੋਣ ਦਾ ਵੀ ਮੈਂ ਦੱਸਿਆ, ਪਰ ਇਹ ਕੋਈ ਇਹਨੇ ਗੁਰੂ ਸਾਹਿਬ ਜੀ ਦਾ ਵੀ ਸਤਿਕਾਰ ਨਹੀਂ ਕੀਤਾ। ਹਿਮ ਚਿਤਵਤ ਪ੍ਰਾਨਨ ਤਜ ਦੀਨ, ਇਸ ਤਰ੍ਹਾਂ ਉਹਦੇ ਮਨ 'ਚ ਤਰੰਗ ਬਣੀ ਰਹੀ ਤੇ ਪਾਣੀ ਵਿੱਚ ਗੋਤੇ ਖਾ ਖਾ ਕੇ ਉਹਦਾ ਸਰੀਰ ਬਿਨਸ ਗਿਆ। ਸਿੱਖ ਨੇ ਦੇਹ ਬਾਜ ਕੋ ਪਾਇਓ, ਇਸ ਤਰ੍ਹਾਂ ਫਿਰ ਸਿੱਖ ਦਾ ਸਰੀਰ ਜਿਹੜਾ ਸੀ ਨਾ, ਉਹ ਇਹ ਮਾਸ ਇਹਦੇ ਖਾਣ ਬਾਰੇ, ਇਹਨੂੰ ਕੱਟਣ ਬਾਰੇ ਸੋਚਿਆ ਸੀ, ਤੇ ਉਹ ਫਿਰ ਬਾਜ਼ ਦਾ ਤਨ ਮਿਲਿਆ। ਦੈਵ ਜੋਗ ਤੇ ਹਮ ਕਰ ਆਇਓ, ਪਰਮਾਤਮਾ ਦੀ ਕੋਈ ਖੇਡ ਹੈ, ਅੱਜ ਇਹ ਬਟੇਰਾ ਸਾਡੇ ਹੱਥ ਆ ਗਿਆ ਹੈ। ਸ਼ਿਕਾਰ ਤੇ ਗਏ ਸੀ, ਮਰ ਕੇ ਵਟ ਇਹ ਭਇਓ ਬਟੇਰਾ, ਇਹ ਮਲਾਹ ਮਰ ਕੇ ਤੇ ਬਟੇਰਾ ਬਣ ਗਿਆ। ਲੈ ਪਲਟਾ ਅਬ ਪੂਰਬ ਕੇਰਾ, ਅਸੀਂ ਜੋ ਇਹਨੇ ਪਹਿਲੇ ਸਿੱਖ ਨੂੰ ਦਰਿਆ ਵਿੱਚ ਰੋੜਿਆ ਸੀ
ਤੇ ਉਹਦੇ ਮਨ 'ਚ ਜੋ ਆਇਆ ਸੀ, ਜੋ ਪਾਪ ਇਹਨੇ ਕੀਤਾ ਹੈ, ਉਹਦਾ ਫਲ ਭੁਗਤਾ ਦਿੱਤਾ ਹੈ। ਤਿਆਗ ਦਹੇਂਗੇ ਤਨ ਕੋ ਦੋ। ਔਰ ਇਸ ਤਰ੍ਹਾਂ ਦੇ ਨਾਲ ਦੋਵੇਂ ਤਨ ਤਿਆਗ ਗਏ ਉਸੇ ਵੇਲੇ। ਜਨਮ ਧਰਨ ਅਨ ਕਾਜ ਨ ਕੋ। ਇਹਦਾ ਸਿੱਖ ਦਾ ਜਨਮ ਲੈਣ ਦਾ ਹੋਰ ਕੋਈ ਕਾਰਨ ਨਹੀਂ ਸੀ, ਬਸ ਇਹ ਤਰੰਗ ਸੀ, ਉਸ ਕਰਕੇ ਇਹਦਾ ਜਨਮ ਹੋਇਆ ਤੇ ਬਟੇਰਾ ਬਣ ਗਿਆ। ਇਮ ਕਹਤੇ ਦੋਨੋਂ ਤਨ ਤਿਆਗਾ। ਔਰ ਇਸ ਤਰ੍ਹਾਂ ਦੇ ਨਾਲ ਦੋਵਾਂ ਦਾ ਤਨ ਬਿਨਸਿਆ। ਨਵ ਪ੍ਰਕਾਸ਼ ਕੁਛ ਦੀਖਣ ਲਾਗਾ। ਮਹਾਰਾਜ ਜੀ ਨੇ ਜਦ ਇਹ ਕਿਹਾ ਬਈ ਦੋਵਾਂ ਨੂੰ ਕਰਮਾਂ ਦਾ ਫਲ ਮਿਲ ਗਿਆ, ਉਹਦੇ ਤਰੰਗ ਸੀ, ਇਹਨੇ ਪਾਪ ਕੀਤਾ ਸੀ ਤੇ ਅਸੀਂ ਇਹਨੂੰ ਮੁਕਤ ਕਰ ਦਿੱਤਾ। ਅਸੀਂ ਦੋਵਾਂ ਨੂੰ ਹੀ ਮੁਕਤ ਕਰ ਦਿੱਤਾ ਜੋਨੀਆਂ 'ਚ। ਆਪਣਾ ਸਿੱਖ ਤਾਂ ਨਹੀਂ ਰਹਿਣ ਦੇਣਾ ਸੀ, ਪਰ ਨਾਲ ਇਹਨੂੰ ਵੀ ਮੁਕਤ ਕਰ ਦਿੱਤਾ ਹੈ। ਇਹ ਬਚਨ ਮਹਾਰਾਜ ਨੇ ਕਹੇ ਤੇ ਦੋਵਾਂ ਬਾਜ਼ ਨੇ ਵੀ ਤੇ ਬਟੇਰੇ ਨੇ ਵੀ ਸਰੀਰ ਤਿਆਗ ਦਿੱਤਾ ਤੇ ਫਿਰ ਚਲੇ ਗਏ ਉੱਪਰ। ਆਕਾਸ਼ ਵਿੱਚ ਕੁਝ ਪ੍ਰਕਾਸ਼ ਦਿਖਾਈ ਪਿਆ। ਗੁਰ ਕਰ ਲਗੇ ਸੋ ਆਏ ਵਿਮਾਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਵਿਮਾਨ ਆ ਗਏ, ਵਾਯੂਯਾਨ ਗਏ ਸੁਰਗ ਕੋ ਬਹੁ ਸੁਖ ਠਾਨ। ਇਹ ਦੋਵੇਂ ਆਤਮਾਵਾਂ, ਸਿੱਖ ਦੀ ਆਤਮਾ ਵੀ, ਬਾਜ਼ ਵੀ ਬਟੇਰ ਨੂੰ ਖਾਂਦਿਆਂ ਸਾਰ ਉਹਨੇ ਵੀ ਪ੍ਰਾਣ ਤਿਆਗ ਦਿੱਤੇ ਤੇ ਬਾਜ਼ ਤਾਂ ਪਹਿਲੇ ਹੀ ਪ੍ਰਾਣ ਤਿਆਗ ਗਿਆ। ਇਹ ਦੋਵੇਂ ਗੁਰੂ ਸਾਹਿਬ ਜੀ ਦਾ ਪਰਉਪਕਾਰ ਹੈ। ਉਹਨੇ ਸਿੱਖ ਦੇ ਦਰਸ਼ਨ ਤਾਂ ਹੋਏ ਸੀ, ਉਹਦਾ ਫਲ ਉਹਨੂੰ ਦੇ ਦਿੱਤਾ ਤੇ ਦੋਵਾਂ ਨੂੰ ਹੀ ਮੁਕਤ ਕਰ ਦਿੱਤਾ। ਸਭ ਸਿੱਖ ਨੇ ਬੂਝੇ ਕਰ ਜੋਰ। ਫਿਰ ਸਿੱਖ ਨੇ ਜਦ ਅਸਮਾਨ ਵਿੱਚ ਵਿਮਾਨ ਦੇਖੇ ਤਾਂ ਪੁੱਛਿਆ ਹੱਥ ਜੋੜ ਕੇ, ਕਸ ਪ੍ਰਕਾਸ਼ ਪਾ ਨਭ ਕੀ ਔਰ। ਮਹਾਰਾਜ ਸੱਚੇ ਪਾਤਸ਼ਾਹ ਆਕਾਸ਼ ਵਿੱਚ ਕੀ ਕੋਈ ਅਗੰਮੀ ਪ੍ਰਕਾਸ਼ ਦਿਖ ਰਿਹਾ ਹੈ? ਇਨਕੇ ਮਰਤ ਤੁਰਤ ਹੀ ਭਇਓ। ਇਹਨਾਂ ਦੇ ਪ੍ਰਾਣ ਤਿਆਗਦੇ ਹੀ ਇਹ ਪ੍ਰਕਾਸ਼ ਜਿਹਾ ਕੀ ਹੈਗਾ ਹੈ? ਪਲਕ ਫੂਰਨ ਮੈਂ ਹਟ ਸਭ ਗਇਓ। ਤੇ ਝਟਪਟ ਇਹ ਪ੍ਰਕਾਸ਼ ਫਿਰ ਅਦ੍ਰਿਸ਼ ਵੀ ਹੋ ਗਿਆ ਹੈ। ਸਤਿਗੁਰ ਕਹਿਓ ਸੁਰਗ ਇਹ ਗਏ। ਮਹਾਰਾਜ ਕਹਿਣ ਲੱਗੇ ਦੋਵੇਂ ਹੁਣ ਸੱਚਖੰਡ ਚਲੇ ਗਏ ਹਨ। ਵਿਦਤ ਪ੍ਰਕਾਸ਼ ਬਿਮਾਨਨ ਕੀਏ। ਔਰ ਇਸ ਤਰ੍ਹਾਂ ਦੇ ਨਾਲ ਵਿਦਤ ਪ੍ਰਕਾਸ਼, ਉਹ ਜਿਹੜਾ ਪ੍ਰਕਾਸ਼ ਦੇਖਿਆ ਸੀ ਉਹ ਵਿਮਾਨ ਦਾ ਸੀ। ਸੁਨ ਕਰ ਜੋਰ ਬੰਦਨਾ ਕਰ ਕੈ। ਇਹ ਸਿੱਖ ਨੇ ਦੋਵੇਂ ਹੱਥ ਜੋੜੇ ਤੇ ਬੰਦਨਾ ਕੀਤੀ ਹੈ। ਗਇਓ ਸੇਕ ਸਭ ਚਲਤ ਨਿਹਰ ਕੈ। ਮਹਾਰਾਜ ਜੀ ਨੂੰ ਮੱਥਾ ਟੇਕ ਕੇ ਤੇ ਆਪਣੀ ਜਿੱਦਾਂ ਦੇ ਨਾਲ ਆਇਆ ਸੀ, ਅਗਲੇ ਦਿਨ ਫਿਰ ਦਰਸ਼ਨ ਕਰਨ ਲਈ ਰਵਾਨਾ ਹੋ ਗਿਆ ਤੇ ਗੁਰੂ ਗੁਰੂ ਜਪਣ ਲੱਗ ਪਿਆ, ਕਿਉਂਕਿ ਸ਼ੰਕਾ ਮੁੱਕ ਗਿਆ ਸੀ ਇਹ ਕੌਤਕ ਦੇਖ ਕੇ। ਸੰਗਤ ਸੰਗ ਮਿਲਿਓ ਤਬ ਜਾਏ। ਆਪਣੇ ਸੰਗੀਆਂ ਨਾਲ ਆ ਮਿਲਿਆ ਹੈ। ਸਭ ਪ੍ਰਸੰਗ ਕੋ ਦਿਓ ਸੁਨਾਏ। ਇਹ ਸਾਰਾ ਪ੍ਰਸੰਗ ਬਨਾਰਸ ਤੋਂ ਆਈ ਸੰਗਤ ਨੂੰ ਇਹਨੇ ਸੁਣਾ ਦਿੱਤਾ ਤੇ ਸਭ ਆਨੰਦਿਤ ਹੋ ਗਏ। ਘਰ ਸਰਦਾ ਕੋ ਤਬ ਹਰ ਖਾਏ। ਸਰਦਾ ਕਰਕੇ ਸਭ ਦੇ ਹਿਰਦੇ ਪ੍ਰਸੰਨ ਹੋਏ। ਸਗਰੇ ਸਿੱਖ ਦਰਸ਼ਨ ਕੋ ਆਏ। ਤੇ ਭਲਕੇ ਫਿਰ ਸਾਰੇ ਹੀ ਸਿੱਖ ਮਹਾਰਾਜ ਜੀ ਦੇ ਦਰਸ਼ਨ ਨੂੰ ਬਨਾਰਸ ਦੀ ਸੰਗਤ ਆ ਪਹੁੰਚੀ ਹੈ। ਇੱਕ ਸਤਿਗੁਰ ਆਪਣੇ ਥਲ ਆਏ। ਇੱਧਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਅਸਥਾਨ ਦਮਦਮਾ ਸਾਹਿਬ ਆ ਪਹੁੰਚੇ ਹਨ। ਬੈਠੇ ਬੜੋ ਦੀਵਾਨ ਲਗਾਏ। ਵੱਡਾ ਦੀਵਾਨ ਲੱਗਿਆ ਹੋਇਆ, ਆਪ ਬਿਰਾਜਮਾਨ ਹਨ। ਸ਼ਬਦ ਰਬਾਬੀ ਗਾਵਨ ਲਾਗੇ। ਤੇ ਰਬਾਬੀ ਕਹੀਏ ਰਬਾਬ ਵਜਾ ਕੇ ਕੀਰਤਨ ਕਰਨ ਵਾਲੇ, ਉਹਨਾਂ ਨੂੰ ਰਬਾਬ ਵਜਾਉਣ ਵਾਲਿਆਂ ਨੂੰ ਰਬਾਬੀ ਕਹਿ ਦਿੰਦੇ। ਜਿਵੇਂ ਕੁੰਭ ਬਣਾਉਣ ਵਾਲੇ ਨੂੰ ਕੁੰਭਕਾਰ ਕਹਿ ਦਿੰਦੇ ਨਾ। ਅੱਜ ਕੱਲ੍ਹ ਵਿਗੜਿਆ ਰੂਪ ਕੁਮਹਾਰ ਹੈ, ਸ਼ਬਦ ਤੇ ਕੁੰਭਕਾਰ ਹੈ। ਸਵਰਨਕਾਰ, ਸੋਨੇ ਦੇ ਗਹਿਣੇ ਬਣਾਉਣ ਵਾਲਾ, ਲੋਹਾਕਾਰ, ਲੋਹੇ ਦੇ ਗਹਿਣੇ ਬਰਤਨ ਆਦਿਕ ਬਣਾਉਣ ਵਾਲਾ, ਜਿਹਨੂੰ ਲੋਹਾਰ ਕਹਿ ਦਿੰਦੇ। ਇਸ ਤਰ੍ਹਾਂ ਜਿਹੜਾ ਹੈ ਮਹਾਰਾਜ ਜੀ ਦੇ ਘਰ ਰਬਾਬ ਨਾਲ ਸ਼ਬਦ ਗਾਉਣ ਵਾਲਿਆਂ ਨੂੰ ਰਬਾਬੀ ਕਹਿ ਦਿੰਦੇ। ਜਿਵੇਂ ਅੱਜ ਕੱਲ੍ਹ ਆਮ ਬੋਲੀ 'ਚ ਤਬਲਾ ਵਜਾਉਣ ਵਾਲੇ ਨੂੰ ਤਬਲਚੀ ਕਹਿ ਦਿੰਦੇ। ਤਬਲਚੀ ਕੋਈ ਜਾਤ ਬਿਰਾਦਰੀ ਨਹੀਂ, ਉਹ ਇੱਕ ਤਬਲਾ ਵਜਾਉਣ ਤੋਂ ਹੈ। ਜਿਵੇਂ ਕਵਿਤਾ ਲਿਖਣ ਵਾਲੇ ਨੂੰ ਕਵੀ ਕਹਿ ਦਿੰਦੇ, ਕਵੀ ਕੋਈ ਜਾਤ ਬਿਰਾਦਰੀ ਥੋੜ੍ਹੀ। ਇਸ ਤਰ੍ਹਾਂ ਰਬਾਬੀ ਕੋਈ ਜਾਤ ਬਿਰਾਦਰੀ ਨਹੀਂ। ਰਬਾਬ ਨਾਲ ਕੀਰਤਨ ਕਰਨ ਵਾਲਿਆਂ ਨੂੰ ਰਬਾਬੀ ਕਹਿ ਦਿੰਦੇ ਹਨ। ਰਾਗ ਵਿੱਚ ਕੀਰਤਨ ਕਰਨ ਵਾਲਿਆਂ ਨੂੰ ਰਾਗੀ ਕਹਿ ਦਿੰਦੇ ਨੇ। ਰਾਗੀ ਕੋਈ ਜਾਤ ਬਿਰਾਦਰੀ ਨਹੀਂ, ਕੋਈ ਇਲਾਕਾ ਨਹੀਂ ਰਾਗੀ ਦਾ। ਉਹ ਜਿਹੜਾ ਵੀ ਗੁਰੂ ਦੀ ਹਜ਼ੂਰੀ ਵਿੱਚ ਗਾਵੇ
ਉਹਨੂੰ ਰਾਗੀ ਜਾਂ ਰਬਾਬੀ ਆਖਿਆ ਜਾਂਦਾ ਹੈ। ਸੁਣ ਹੈ ਸਿੱਖ ਗੁਰ ਪਗ ਅਨੁਰਾਗੇ। ਬਹੁਤ ਜਿਹੜਾ ਸਿੱਖ ਸੁਣ ਰਿਹਾ ਕੀਰਤਨ ਮਹਾਰਾਜ ਜੀ ਦੇ ਚਰਨਾਂ ਨਾਲ ਪ੍ਰੇਮ ਬਣਦਾ ਜਾ ਰਿਹਾ ਹੈ। ਜੋ ਜੋ ਸੰਗਤ ਲਿਆਏ ਅਕੋਰ। ਤੇ ਜੋ ਜੋ ਸੰਗਤਾਂ ਭੇਟਾ ਲਿਆਈਆਂ ਹਨ ਸੋ ਲੈ ਕਰ ਆਏ ਗੁਰ ਔਰ। ਉਹ ਸਭ ਮਹਾਰਾਜ ਜੀ ਦੇ ਚਰਨਾਂ 'ਚ ਲੈ ਪਹੁੰਚੇ ਹਨ। ਆਗੈ ਧਰ ਧਰ ਕਰ ਕਰ ਨਮੋ। ਮਹਾਰਾਜ ਜੀ ਦੇ ਸਾਹਮਣੇ ਭੇਟਾਵਾਂ ਰੱਖ ਰੱਖ ਕੇ ਤੇ ਨਮਸਕਾਰ ਕਰ ਰਹੀਆਂ ਹਨ। ਪਿਖ ਪਿਖ ਦਰਸ਼ਨ ਮੁਦ ਤੇ ਸਮੋ। ਔਰ ਇਸ ਤਰ੍ਹਾਂ ਦੇ ਨਾਲ ਸਾਰੇ ਮਹਾਰਾਜ ਜੀ ਦਾ ਦਰਸ਼ਨ ਕਰਕੇ ਆਨੰਦਿਤ ਹੋ ਰਹੇ ਹਨ। ਸਤਿਗੁਰ ਦਇਆ ਦ੍ਰਿਸ਼ਟ ਸੋਹੇਰਾ। ਤੇ ਮਹਿਮਾ ਦੇ ਮਾਲਕ ਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਿਹਰ ਦੀ ਨਜ਼ਰ ਨਾਲ ਸਾਰਿਆਂ ਵੱਲ ਦੇਖ ਰਹੇ ਹਨ। ਕੀਨ ਕਾਮਨਾ ਪੂਰ ਕਨੇਰਾ। ਬਹੁਤ ਸਾਰਿਆਂ ਦੀਆਂ ਕਾਮਨਾਵਾਂ ਭਾਵਨਾਵਾਂ ਨੂੰ ਫਲ ਲਾ ਰਹੇ ਹਨ। ਸਭ ਸੋ ਕੁਸਲ ਬੂਝ ਸਨ ਮਾਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਕੋਲੋਂ ਪੁੱਛਦੇ ਨੇ, ਸੁਣਾ ਬਈ ਤੂੰ ਠੀਕ ਹੈ, ਬੱਚੇ ਠੀਕ ਨੇ, ਪਰਿਵਾਰ ਠੀਕ ਹੈ। ਮਹਾਰਾਜ ਜੀ ਦਾ ਪੁੱਛਣਾ ਸਭ ਦਾ ਸਨਮਾਨ ਹੈ। ਬੈਠੇ ਅੰਤ ਅਤ ਬੈਠੇ ਅਤ ਆਨੰਦ ਕੋ ਠਾਨੇ। ਬਹੁਤ ਆਨੰਦ ਸਹਿਤ ਮਹਾਰਾਜ ਜੀ ਦੇ ਚਰਨਾਂ 'ਚ ਸਜਦੇ ਜਾ ਰਹੇ ਹਨ। ਜੋ ਜੋ ਤਿਸੀ ਦੇਸ ਕੀ ਗਾਥਾ। ਜਿੱਥੋਂ ਜਿੱਥੋਂ ਆਏ ਨੇ ਮਹਾਰਾਜ ਉਸ ਇਲਾਕੇ ਬਾਰੇ ਵੀ ਪੁੱਛ ਰਹੇ ਹਨ। ਪੂਜਨ ਕਰੀ ਕਹੀ ਗੁਰ ਸਾਥਾ। ਤੇ ਸਾਰਿਆਂ ਨੇ ਮਹਾਰਾਜ ਜੀ ਨੂੰ ਦੱਸਿਆ ਵੀ ਸਾਡਾ ਇਲਾਕਾ ਇਹੋ ਜਿਹਾ, ਬੋਲੀ ਇਹੋ ਜਿਹੀ, ਇਹੋ ਜਿਹੀ ਫਸਲ ਹੁੰਦੀ ਹੈ ਆਦਿਕ। ਸੰਧਿਆ ਲਗ ਬੈਠੇ ਤਿਸ ਥਾਨ। ਇਸ ਤਰ੍ਹਾਂ ਫਿਰ ਸ਼ਾਮ ਤੱਕ ਮਹਾਰਾਜ ਜੀ ਦੀਆਂ ਹਾਜ਼ਰੀਆਂ ਭਰੀਆਂ। ਸੋਦਰ ਭੋਗ ਭਰਿਓ ਸੁਨ ਕਾਨ। ਤੇ ਸੋਦਰ ਦਾ ਭੋਗ ਪਿਆ। ਸਾਰਿਆਂ ਨੇ ਸੋਦਰ ਆਰਤੀ ਸਰਵਣ ਕੀਤੀ। ਗਏ ਗੁਰੂ ਨਿਜ ਮੰਦਰ ਫੇਰੇ। ਇਸ ਤਰ੍ਹਾਂ ਮਹਾਰਾਜ ਜੀ ਦੇ ਦਰਸ਼ਨ ਕਰਕੇ ਤੇ ਜਿਹੜੇ ਨੇ ਆਪਣੇ ਟਿਕਾਣਿਆਂ ਤੇ ਜਾ ਪਹੁੰਚੇ ਹਨ। ਮਹਾਰਾਜ ਵੀ ਪਹੁੰਚੇ ਹਨ ਆਪਣੇ ਮੰਦਰ ਵਿੱਚ। ਸੰਗਤ ਸਭ ਗਮਨੀ ਨਿਜ ਡੇਰੇ। ਸਾਰੀ ਸੰਗਤ ਆਪਣੇ ਆਪਣੇ ਟਿਕਾਣਿਆਂ ਤੇ ਪਹੁੰਚ ਗਈ। ਕੇਤਕ ਦਿਵਸ ਬਸੇ ਗੁਰ ਦਰਸ਼ਨ। ਇਸ ਤਰ੍ਹਾਂ ਕੁਝ ਦਿਨ ਹੋਰ ਰਹੇ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ। ਵਾਕ ਸੁਨੈ ਸਭ ਹੀ ਉਰ ਹਰਸੈ। ਸਾਹਿਬ ਜੀ ਦਾ ਇੱਕ ਇੱਕ ਬਚਨ ਸੁਣ ਕੇ ਪ੍ਰਸੰਨ ਹੁੰਦੇ, ਜਿਵੇਂ ਆਪ ਗੁਰੂ ਗਾਥਾ ਸੁਣ ਕੇ ਪ੍ਰਸੰਨ ਹੋ ਜਾਂਦੇ ਹੋ, ਜੁੜ ਜਾਂਦਾ ਹੈ ਨਾ ਹਿਰਦਾ। ਇਸ ਤਰ੍ਹਾਂ ਉਹਨਾਂ ਦਾ ਸਭ ਦਾ ਵੀ ਹਿਰਦਾ ਪ੍ਰਸੰਨਤਾ ਨਾਲ ਭਰਦਾ ਹੈ, ਗੁਰੂ ਨਾਲ ਜੁੜਦਾ ਹੈ। ਬੋਹਰੋ ਵਿਦਾ ਹੋਏ ਕਰ ਗਏ। ਇਸ ਤਰ੍ਹਾਂ ਫਿਰ ਮਹਾਰਾਜ ਜੀਆਂ ਕੋਲੋਂ ਆਗਿਆ ਲੈ ਕੇ ਬਨਾਰਸ ਵੱਲ ਨੂੰ ਚੱਲ ਪਏ। ਜਾਏ ਸੁਦਾਸਰ ਮੱਜਨ ਕੀਏ। ਪਰ ਪਹਿਲੇ ਅੰਮ੍ਰਿਤਸਰ ਜਾ ਕੇ ਉਹਨਾਂ ਨੇ ਇਸ਼ਨਾਨ ਕੀਤਾ ਅੰਮ੍ਰਿਤ ਸਰੋਵਰ ਦਾ। ਅਪਰ ਤੀਰਥਨ ਕੇ ਇਸਨਾਨੇ। ਹੋਰ ਵੀ ਜਿਹੜੇ ਗੁਰੂ ਕੇ ਤੀਰਥ ਹਨ, ਜਿਵੇਂ ਸ੍ਰੀ ਤਰਨਤਾਰਨ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ, ਸ੍ਰੀ ਸੁਲਤਾਨਪੁਰ ਸਾਹਿਬ, ਇਸ ਤਰ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਆਦਿਕ ਜਿਹੜੇ ਮਹਾਰਾਜ ਜੀ ਦੇ ਧਾਮ ਹਨ। ਮਨ ਪਾਵਤ ਕਰ ਸਦਨ ਪਿਆਨੇ। ਔਰ ਇਸ ਤਰ੍ਹਾਂ ਦੇ ਨਾਲ ਮਨ ਭਾਵਤ ਬੜੇ ਪ੍ਰੇਮ ਨਾਲ ਜੋ ਮਨ ਚਾਹੁੰਦਾ ਸੀ ਉਹ ਦਰਸ਼ਨ ਦੀਦਾਰ ਕੀਤੇ, ਫਿਰ ਆਪਣੇ ਘਰ ਵੱਲ ਗਏ ਹਨ। ਇਮ ਸਤਿਗੁਰ ਤੈ ਕਰਤ ਬਿਲਾਸ। ਤੇ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਸੰਗਤਾਂ ਨਾਲ ਬਚਨ ਬਿਲਾਸ ਕਰਦੇ ਹਨ। ਰਹਿ ਹਜ਼ਾਰੋ ਸੇਵਕ ਪਾਸ। ਤੇ ਹਜ਼ਾਰਾਂ ਹੀ ਸੇਵਕ ਮਹਾਰਾਜ ਜੀ ਦੀ ਅਰਦਲ ਵਿੱਚ, ਉਹਨਾਂ ਦੀ ਸੇਵਾ ਵਿੱਚ ਕੋਲ ਰਹਿੰਦੇ ਹਨ। ਭੁਗਤ ਮੁਕਤ ਕੀ ਬਖਸ਼ਿਸ਼ ਹੋਤ। ਉਹਨਾਂ ਨੂੰ ਸਾਰੇ ਪਦਾਰਥਾਂ ਦੀ ਤੇ ਮੁਕਤੀ ਦੀ ਦਾਤ ਮਹਾਰਾਜ ਬਖਸ਼ਦੇ ਹਨ। ਨਿਤ ਪ੍ਰਤ ਸਿੱਖੀ ਅਧਿਕ ਅਦੋਤ। ਤੇ ਦਿਨ ਪ੍ਰਤੀ ਦਿਨ ਸਿੱਖੀ ਵਿੱਚ ਵਾਧਾ ਹੁੰਦਾ ਜਾ ਰਿਹਾ, ਵਾਧਾ ਹੁੰਦਾ ਜਾ ਰਿਹਾ। ਮਹਾਰਾਜ ਜੀ ਦੇ ਘਰ ਦੀਆਂ ਬਰਕਤਾਂ ਰੌਣਕਾਂ ਵੱਧਦੀਆਂ ਜਾ ਰਹੀਆਂ। ਹੁਣ ਆਪ ਪਹੁੰਚਦੇ ਹੋ ਨਾ ਤੇ ਮਹਾਰਾਜ ਦੇ ਘਰ ਦੀ ਰੌਣਕ ਬਣਦੀ। ਤੇ ਇਹ ਗੱਲ ਤਾਂ ਸਾਧ ਸੰਗਤ ਸਪਸ਼ਟ ਹੈ। ਜੇ ਅਸੀਂ ਕਿਸੇ ਦੇ ਘਰ ਜਾਈਏ ਤੇ ਅਗਲਾ ਵੀ ਸਾਡੇ ਘਰ ਆ ਜਾਂਦਾ। ਤੇ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਘਰ ਦੀ ਪਹੁੰਚ ਕੇ ਰੌਣਕ ਵਧਾਉਂਦਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਘਰ ਦੀਆਂ ਵੀ ਰੌਣਕਾਂ ਵਧਾ ਦਿੰਦੇ। ਘਰ ਬਰਕਤਾਂ ਨਾਲ ਭਰ ਜਾਂਦਾ ਹੈ, ਹਿਰਦਾ ਆਨੰਦ ਨਾਲ ਭਰ ਜਾਂਦਾ ਹੈ। ਸਤਿਗੁਰੂ ਮਿਹਰਾਂ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਦਰੋਂ ਕਰੋਂ ਸਿੱਖੀ, ਨਾਮਦਾਨ, ਚੜ੍ਹਦੀ ਕਲਾ, ਹਰ ਪ੍ਰਕਾਰ ਦੀਆਂ ਬਰਕਤਾਂ ਨਾਲ ਨਿਵਾਜਣ। ਹੁਣ ਇਸ ਵੇਲੇ ਵਕਤ ਦਾ ਤਕਾਜ਼ਾ ਹੈ, ਆਓ ਸਾਰੇ ਮਿਲ ਕੇ 2 ਮਿੰਟ ਵਾਸਤੇ ਮਹਾਮੰਤਰ ਗੁਰਮੰਤਰ ਦੇ ਜਾਪ ਨਾਲ ਜੁੜੀਏ।
ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਨੂੰ ਬਖਸ਼ ਦੇਣਾ। ਫਿਰ ਅਰਦਾਸ ਤੇ ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਵਾਹਿਗੁਰੂ 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 ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।